TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਅਪ ਟੂ ਡੇਟ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਦੋਸਤੋ, ਅੱਜ ਅਸੀਂ ਉਸ ਸ਼ਖਸ ਦੇ ਨਾਲ, ਉਸ ਸ਼ਖਸੀਅਤ ਦੇ ਨਾਲ ਮੁਲਾਕਾਤ ਕਰਨ ਜਾ ਰਹੇ ਹਾਂ ਜਿਨ੍ਹਾਂ ਦੀ ਚਰਚਾ ਇਕੱਲੇ ਪੰਜਾਬ ਦੇ ਵਿੱਚ ਨਹੀਂ ਸਗੋਂ ਦੁਨੀਆ ਭਰ ਦੇ ਵਿੱਚ ਹੈ। ਉਹਦੇ ਕਾਰਨ ਇਹ ਹੈ ਕਿ ਉਹਨਾਂ ਨੇ ਸਿਰਫ ਚੋਣ ਹੀ ਨਹੀਂ ਜਿੱਤੀ, ਸਗੋਂ ਇਹ ਆਖਿਆ ਜਾ ਸਕਦਾ ਕਿ ਦਿੱਲੀ ਦੇ ਕਿੰਗਰੇ ਢਾਹੇ ਨੇ। ਮੇਰੀ ਮੁਰਾਦ ਹੈ ਕਿ ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹੇ ਅਤੇ 10 ਵਾਰ ਦੇ ਵਿਧਾਇਕ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਹਰਾਉਣ ਵਾਲੇ, ਲੰਬੀ ਹਲਕਾ ਜਿੱਤਣ ਵਾਲੇ ਗੁਰਮੀਤ ਸਿੰਘ ਖੁੱਡੀਆਂ ਸਾਹਿਬ, ਜਿਨ੍ਹਾਂ ਨੂੰ ਲੋਕ ਪਿਆਰ ਦੇ ਨਾਲ, ਸਤਿਕਾਰ ਦੇ ਨਾਲ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਆਖਦੇ ਨੇ। ਆਓ ਖੁੱਡੀਆਂ ਸਾਹਿਬ ਆਪਣੀ ਪਹਿਚਾਣ ਆਪ ਨੇ, ਉਹਨਾਂ ਦੇ ਨਾਲ ਅੱਜ ਦੇ ਪ੍ਰੋਗਰਾਮ ਦੌਰਾਨ ਕੁਝ ਗੱਲਾਂ ਬਾਤਾਂ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਕਰੀਏ। ਜਥੇਦਾਰ ਸਾਹਿਬ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੈਨੀਪਾਲ ਸਾਹਿਬ, ਸਾਰੀ ਟੀਮ ਦਾ, ਵੇਖਣ ਵਾਲੇ ਸਰੋਤਿਆਂ ਨੂੰ ਫਿਰ ਦੁਬਾਰਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਜਥੇਦਾਰ ਸਾਹਿਬ, ਸਭ ਤੋਂ ਪਹਿਲਾਂ ਤਾਂ ਗੱਲ ਇਹ ਕਿ ਪੰਜਾਬ ਦੇ ਵਿੱਚ 117 ਵਿਧਾਨ ਸਭਾ ਹਲਕੇ ਹੈ, ਪਰ ਸਭ ਤੋਂ ਵੱਧ ਨਜ਼ਰਾਂ ਟਿਕੀਆਂ ਹੋਈਆਂ ਸੀ ਲੋਕਾਂ ਦੀਆਂ ਲੰਬੀ ਵਿਧਾਨ ਸਭਾ ਹਲਕੇ ਦੇ ਉੱਤੇ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੁਹਾਡੀ ਇਹ ਜਿੱਤ ਮੁਬਾਰਕ। ਇੰਨਾ ਵੱਡਾ ਕਿਲਾ ਕਿਵੇਂ ਫਤਿਹ ਹੋ ਗਿਆ? ਕਿੰਨੀ ਕੁ ਆਸ, ਕਿੰਨੀ ਕੁ ਉਮੀਦ ਸੀ ਜੀ? ਇਹਦੇ ਬਾਰੇ ਕੀ ਕਹੋਗੇ? ਮੁਬਾਰਕ ਪਹਿਲਾਂ ਤੁਹਾਨੂੰ ਵੀ ਹੈ, ਸਾਰੀ ਪੰਜਾਬੀ ਟੈਲੀਵਿਜ਼ਨ ਵੇਖਣ ਵਾਲੇ ਜਿਹੜੇ ਮੇਰੇ ਭੈਣ ਭਰਾ ਸਿੱਖ ਪੰਥ ਦੇ ਨਾਲ ਜੁੜੇ ਸਾਰਿਆਂ ਨੂੰ ਮੁਬਾਰਕਾਂ। ਬਹੁਤ ਵੱਡੀ ਸਾਰਿਆਂ ਦੀਆਂ ਦੁਆਵਾਂ ਸਨ, ਅਰਦਾਸਾਂ ਸਨ, ਔਰ ਮੇਰੇ ਨਾਲ ਦੇ ਸਾਥੀਆਂ ਦੀ ਬਹੁਤ ਵੱਡੀ ਮਿਹਨਤ ਸੀ। ਇਹਦੇ ਸਦਕਾ ਗੁਰੂ ਮਹਾਰਾਜ ਨੇ ਬਹੁਤ ਵੱਡੀ ਬਖਸ਼ਿਸ਼ ਕੀਤੀ ਹੈ। ਮੈਂ ਤਾਂ ਇਹ ਵੀ ਸਮਝਦਾ ਸ਼ਾਇਦ ਇਹ ਕਿਸੇ ਦੇ ਹਿੱਸੇ ਆਈ ਨਹੀਂ ਜੋ ਸਾਡੇ ਪਰਿਵਾਰ ਤੇ ਪਹਿਲਾਂ ਜਥੇਦਾਰ ਜੀ ਤੇ ਜਦੋਂ ਸਰਦਾਰ ਹਰਚਰਨ ਸਿੰਘ ਬਰਾੜ ਹੋਰਾਂ ਨਾਲ ਉਹਨੂੰ ਚੋਣ ਲੜੇ ਸਨ, ਉਸ ਵੇਲੇ ਵੀ ਇੱਕ ਦਰਮਿਆਨਾ ਕਿਸਾਨ ਤੇ ਬਹੁਤ ਵੱਡਾ, ਜਿਨ੍ਹਾਂ ਨੇ ਗਵਰਨਰ ਵੀ ਰਹੇ ਔਰ ਜਾਇਦਾਦ ਬੜੇ ਵੱਡੇ ਸਨ, ਉਹਨਾਂ ਨਾਲ ਲੜਾਈ ਹੋਈ ਤੇ ਲੋਕਾਂ ਨੇ ਬੜਾ ਆਪਣਾ ਇਲੈਕਸ਼ਨ ਸਮਝ ਕੇ ਉਸ ਵੇਲੇ ਉਹਨਾਂ ਨੂੰ 32 ਸਾਲ ਬਾਅਦ ਫਿਰ ਸਾਡੇ ਪਰਿਵਾਰ ਤੇ ਲੰਬੀ ਹਲਕੇ ਦੇ ਲੋਕਾਂ ਨੇ ਬਹੁਤ ਵੱਡਾ ਵਿਸ਼ਵਾਸ ਕੀਤਾ ਹੈ। ਬੜਾ ਵੱਡਾ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਸ਼ੀਰਵਾਦ ਦਿੱਤਾ। ਬਿਲਕੁਲ ਜੀ। ਜਥੇਦਾਰ ਸਾਹਿਬ, ਮੈਨੂੰ ਇਹ ਦੱਸਿਓ, ਆਮ ਤੌਰ ਤੇ ਲੋਕ ਨੇ ਸੱਚੀ ਮੁੱਚੀ ਅੱਕੇ ਪਏ ਸੀ ਰਵਾਇਤੀ ਪਾਰਟੀਆਂ ਤੋਂ। ਤੁਸੀਂ ਵੀ ਉਹਨਾਂ ਪਾਰਟੀਆਂ ਦਾ ਪਹਿਲਾਂ ਹਿੱਸਾ ਰਹੇ ਹੋ। ਸਿਆਸਤ ਦੇ ਵਿੱਚ ਇਸ ਪਰਿਵਾਰ ਨੂੰ ਤਕਰੀਬਨ ਲੋਕ ਪਿਆਰ ਦੇ ਆ ਤੇ ਸਤਿਕਾਰ ਦੇ ਆ, ਕਿਉਂਕਿ ਬਾਪੂ ਜੀ ਦਾ ਜਿਹੜਾ ਨਾ ਕੱਦ ਬੁੱਤ ਹੈ, ਜਿਹੜੀ ਸ਼ਖਸੀਅਤ ਹੈ, ਉਹ ਸੱਚਮੁੱਚ ਇੱਕ ਦਰਵੇਸ਼ ਸਿਆਸਤਦਾਨ ਵਾਲੀ ਅੱਜ ਵੀ ਲੋਕ ਯਾਦ ਕਰਦੇ ਆ। ਅੱਛਾ, ਮੈਨੂੰ ਇਹ ਦੱਸਿਓ ਕਿ ਸਿਆਸਤ ਦੇ ਵਿੱਚ ਲੰਬਾ ਸਮਾਂ ਵਿਚਰਦਿਆਂ ਨੂੰ ਤੁਹਾਨੂੰ ਹੋ ਗਿਆ, ਕੋਈ ਸਿਆਸਤ ਦੇ ਵਿੱਚੋਂ ਤੁਹਾਨੂੰ ਕੋਈ ਗੱਲ ਇਸ ਤਰ੍ਹਾਂ ਦੀ ਲੱਗਦੀ ਜਿਹੜੀ ਬਹੁਤ ਕੌੜੀ ਹੋਵੇ, ਕੁਸੈਲੀ ਹੋਵੇ, ਜਿਹਨੂੰ ਦੇਖ ਕੇ ਤੁਹਾਡਾ ਮਨ ਅੱਕਿਆ ਪਿਆ ਸੀ? ਕੋਈ ਹੈ ਜੀ ਇਸ ਤਰ੍ਹਾਂ ਦੀ ਚੀਜ਼ ਸਿਆਸਤ 'ਚ? ਵੈਸੇ ਜੀ ਮੈਂ ਤਾਂ ਸਧਾਰਨ, ਮੇਰਾ ਸਾਦਾ ਜਿਹਾ ਪਾਲਣ ਪੋਸ਼ਣ ਹੋਇਆ। ਸਿਆਸਤ ਜਥੇਦਾਰ ਜੀ ਕਾਲਜ ਟਾਈਮ ਤੋਂ ਕਰਨ ਲੱਗ ਗਏ ਸਨ। ਜਦੋਂ 54-55 ਖਾਲਸਾ ਕਾਲਜ ਅੰਮ੍ਰਿਤਸਰ ਪੜ੍ਹਦੇ ਸਨ, ਉਦੋਂ ਪੰਜਾਬੀ ਸੂਬੇ ਦਾ ਮੋਰਚਾ ਚੱਲ ਗਿਆ ਮਾਸਟਰ ਤਾਰਾ ਸਿੰਘ ਜੀ ਹੋਰਾਂ ਨਾਲ, ਤੇ ਉਸ ਵੇਲੇ ਦੇ ਪੰਥਕ ਲੀਡਰਾਂ ਨਾਲ ਉਹਨਾਂ ਦੀ ਸਾਂਝ ਹੋ ਗਈ। ਕਾਲਜ ਟਾਈਮ ਤੋਂ ਉਸ ਮੋਰਚਿਆਂ ਜਾਣ ਲੱਗ ਗਏ। ਪਰੰਤੂ ਸਧਾਰਨ ਜੇ ਜ਼ਿਮੀਦਾਰ ਹੈ, ਮੇਰਾ ਸਾਦਾ ਜਿਹਾ ਜੀਵਨ ਪਾਲਣ ਪੋਸ਼ਣ ਹੋਇਆ। ਮੈਂ ਬਹੁਤਾ ਸਿਆਸਤ ਨਾਲ ਟੱਚ ਨਹੀਂ ਸੀ। ਪਰ ਜਦੋਂ ਜਥੇਦਾਰ ਜੀ MP ਬਣੇ, ਲੋਕਾਂ ਨੇ ਬਹੁਤ ਵੱਡੀ ਕਿਰਪਾ ਕੀਤੀ। ਉਹਨਾਂ ਦਾ ਦੁਖਦਾਈ ਮੌਤ ਜਿਹੜੀ ਕਹਿ ਲਈਏ, ਉਸ ਤੋਂ ਬਾਅਦ ਲੋਕਾਂ ਨੇ ਸਾਡਾ ਦੁੱਖ ਵੀ ਬਹੁਤ ਵੰਡਿਆ, ਜਿਹੜਾ ਕਿਸੇ ਦਾ ਵੀ ਨਹੀਂ ਵੰਡਿਆ ਹੋਣਾ, ਤੇ ਮੈਨੂੰ ਇਸ ਲਈ ਸਿਆਸਤ ਵਿੱਚ ਆਉਣਾ ਪਿਆ। ਤੇ ਮੈਂ ਉਸ ਦਿਨ ਤੋਂ ਚੱਲਿਆ ਪੂਰੀ, ਜੇ ਮੈਂ ਕਹਾਂ ਜਥੇਦਾਰ ਜੀ ਦਾ ਹੀ ਪਹਿਰਾ ਹੈ, ਪੂਰੀ ਇਮਾਨਦਾਰੀ ਨਾਲ, ਨਿਮਰਤਾ ਨਾਲ ਇਸ ਸਿਆਸਤ ਵਿੱਚ ਸਬਰ ਨਾਲ ਚੱਲਣ ਦੇ ਯਤਨ ਕੀਤੇ ਹੈ। ਕੌੜੀਆਂ ਕਸੈਲੀਆਂ ਗੱਲਾਂ ਤਾਂ ਜਦੋਂ ਦੇਖਦੀਆਂ, ਸਾਨੂੰ ਬਹੁਤ ਵੱਡੀ ਗੱਲ ਜਿਹੜੀ ਪਰਿਵਾਰ ਵੱਲੋਂ ਜਾਂ ਸਾਡੇ ਬਾਪ ਵੱਲੋਂ ਦੱਸੀ ਗਈ ਸੀ ਵੀ ਝੂਠ ਨਹੀਂ ਮਾਰਨਾ, ਮਾਫੀ ਮੰਗ ਲਿਓ, ਹੇਰਾ ਫੇਰੀ ਨਹੀਂ ਕਰਨੀ, ਬੇਈਮਾਨੀ ਦਾ ਖਾਣਾ ਨਹੀਂ, ਉਹ ਅੱਜ ਕੱਲ੍ਹ ਦੀ ਸਿਆਸਤ ਵਿੱਚ ਜਦੋਂ ਵੇਖੀਦਾ, ਲੋਕਾਂ ਦਾ ਸਭ ਜਿਹੜੇ ਰੱਜੇ ਪੁੱਜੇ ਆ ਉਹ ਵੀ ਇਸ ਗੱਲੋਂ ਟਲਦੇ ਨਹੀਂ। ਐਂ ਲੱਗਦਾ ਵੀ ਇਹ ਕੀ ਹੋ ਰਿਹਾ। ਉਸ ਵੇਲੇ ਥੋੜ੍ਹਾ ਜਿਹਾ ਲੱਗਦਾ ਵੀ ਹਾਲਾਤ ਬਹੁਤੇ ਚੰਗੇ ਨਹੀਂ। ਅੱਛਾ, ਤੁਹਾਡੀ ਜਿੱਤ ਹੈ ਸੱਚਮੁੱਚ ਵੱਡੀ ਜਿੱਤ। ਮੈਂ ਇਸ ਕਰਕੇ ਪਹਿਲਾਂ ਹੀ ਪ੍ਰੋਗਰਾਮ ਦੇ ਸ਼ੁਰੂ ਵਿੱਚ ਆਖੀ ਸੀ ਕਿ 5 ਵਾਰ ਦੇ ਸਾਬਕਾ ਮੁੱਖ ਮੰਤਰੀ ਨੂੰ ਹਰਾਉਣਾ, 10 ਵਾਰ ਦੇ ਵਿਧਾਇਕ ਨੂੰ ਹਰਾਉਣਾ
ਆਪਣੇ ਆਪ ਦੇ ਵਿੱਚ ਸੱਚਮੁੱਚ ਇੱਕ ਨਵਾਂ ਕੀਰਤੀਮਾਨ ਹੈ। ਇਹ ਇੱਕ ਇਤਿਹਾਸ ਸਿਰਜਿਆ ਗਿਆ ਹੈ। ਬਿਲਕੁਲ ਤੁਸੀਂ ਆਖਿਆ ਕਿ ਹਲਕੇ ਦੇ ਲੋਕਾਂ ਦਾ ਪਿਆਰ, ਸਤਿਕਾਰ, ਮੁਹੱਬਤ ਮਿਲੀ ਹੈ, ਪਰ ਜਦੋਂ ਤੁਸੀਂ ਲੋਕਾਂ ਦੇ ਦਰਵਾਜ਼ੇ ਤੇ ਜਾਂਦੇ ਸੀ, ਵੋਟ ਮੰਗਣ ਜਾਂਦੇ ਸੀ, ਉਹ ਖੁੱਲ੍ਹ ਕੇ ਗੱਲ ਕਰਦੇ ਸੀ ਜਾਂ ਅੰਦਰੋਂ ਕਿਤੇ ਕਿਤੇ ਦਬੀ ਜ਼ੁਬਾਨ 'ਚ ਕਹਿੰਦੇ ਸੀ ਕੋਈ ਨਹੀਂ ਜਥੇਦਾਰ ਸਾਹਿਬ ਦੇਖ ਲਾਂਗੇ ਜੀ? ਖੁੱਲ੍ਹ ਕੇ ਦੱਸਦੇ ਸੀ ਜੀ? ਨਹੀਂ ਬੈਨੀਵਾਲ ਸਾਹਿਬ, ਜਦੋਂ ਮੈਂ ਇਲੈਕਸ਼ਨ ਵਿੱਚ ਆਇਆ ਪਹਿਲੇ ਦਿਨ ਤੋਂ ਹੀ ਮੈਂ ਇਹ ਸਮਝਦਾ ਕਿ ਬਹੁਤ ਵੱਡੇ ਕੋਈ ਪਰਿਵਾਰ ਨਾਲ ਜਿਹੜੇ ਲੋਕ ਜੁੜੇ ਆ, ਇੱਕ ਜਜ਼ਬਾਤ ਨਾਲ ਜੁੜੇ ਹੋਏ ਜੀ। ਉਹਨਾਂ ਨੇ ਜਦੋਂ ਦੀ ਬਾਹ ਫੜੀ ਹੈ ਕਦੇ ਛੱਡੀ ਨਹੀਂ, ਬਹੁਤ ਹੌਸਲਾ ਦਿੱਤਾ। ਜਦੋਂ ਮੈਂ ਸ਼ੁਰੂਆਤ ਕੀਤੀ ਪਹਿਲੀ ਇੱਕ ਰੈਲੀ, ਕੇਜਰੀਵਾਲ ਜੀ ਹੋਰਾਂ ਨੇ ਕਿਹਾ ਵੀ ਪਿੰਡ ਰੈਲੀ ਕਰਨੀ ਹੈ ਤੇਰੇ ਹਲਕੇ 'ਚ, ਪਹਿਲੀ ਮੇਰੇ ਰੱਖੀ ਗਈ ਸੀ ਆਮ ਆਦਮੀ ਪਾਰਟੀ ਤੋਂ, ਸ਼ਾਇਦ ਬਾਅਦ 'ਚ ਇਸ ਤੇ ਪਾਬੰਦੀਆਂ ਵੀ ਲੱਗ ਗਈਆਂ ਸਨ। ਤੇ ਉਸ ਵੇਲੇ ਜਦੋਂ ਮੈਂ ਪਿੰਡਾਂ ਵਿੱਚ ਗਿਆ ਮੈਨੂੰ ਬਹੁਤ ਡਰ ਲੱਗ ਰਿਹਾ ਸੀ ਵੀ ਸ਼ਾਇਦ ਇਸ ਨੂੰ ਅਸੀਂ ਸਫਲ ਕਰ ਸਕਾਂਗੇ, ਕਿ ਨਾ 5-6 ਦਿਨ ਸੀ। ਪਰ ਲੋਕ ਜਦੋਂ ਨਾਲ ਚੱਲੇ, ਬਹੁਤ ਵੱਡਾ ਕਾਫਲਾ ਬਣ ਕੇ, ਤੇ ਉਹ ਰੈਲੀ ਨੂੰ ਬੜੀ ਅਸੀਂ ਤਾਂ ਸਮਝਦੇ ਸੀ ਕੋਈ 8-10 ਹਜ਼ਾਰ ਲੋਕ ਇਕੱਠੇ ਹੋ ਜਾਣਗੇ ਤਾਂ ਸਾਨੂੰ ਸਾਡੀ ਸੰਤੁਸ਼ਟੀ ਹੋ ਜੂ, ਪਰ ਉਹ ਮੈਨੂੰ ਲੱਗਦਾ 25, 30, 22, 28 ਨੂੰ ਪਤਾ ਨਹੀਂ ਲੱਗ ਰਿਹਾ ਹੁੰਦਾ ਜੋ ਇੰਨੇ ਲੋਕ ਇਕੱਠੇ ਹੋਣ ਲੱਗ ਜਾਣ। ਤਾਂ ਉਸ ਵੇਲੇ ਸਾਰੇ ਮੇਰੇ ਨਾਲਲੇ ਸਾਥੀਆਂ ਦਾ ਵੀ ਬਹੁਤ ਹੌਸਲਾ ਵਧਿਆ ਤੇ ਮੈਨੂੰ ਤਾਂ ਇਸ ਗੱਲ ਦੀ ਬਹੁਤ ਹੀ ਵੱਡੀ ਲੱਗੀ ਵੀ ਹੁਣ ਜਿਹੜੀ ਲੜਾਈ ਹੈ ਉਹ ਗਹਿ ਗੱਚ ਹੋਊਗੀ, ਕਿਸੇ ਗੱਲੋਂ ਘੱਟ ਨਹੀਂ ਹੋਵਾਂਗੇ। ਜਿੱਤ ਹਾਰ ਦਾ ਤਾਂ ਮੈਂ ਨਹੀਂ ਕਹਿ ਸਕਦਾ ਸੀ ਵੀ ਮੈਨੂੰ ਪੱਕਾ ਸੀ ਵੀ ਜਿੱਤ ਜਾਵਾਂਗੇ, ਅਕਾਲ ਪੁਰਖ ਦੇ ਹੱਥ ਹੁੰਦਾ, ਪਰ ਮੈਨੂੰ 19-21 ਦੀ ਲੜਾਈ 'ਚ ਸੀਗਾ ਵੀ ਮੈਂ ਬਾਦਲ ਸਾਹਿਬ ਦੇ ਬਰਾਬਰ ਜਾ ਕੇ ਨੈਕ ਟੂ ਨੈਕ ਸਾਡੀ ਜਿਹੜੀ ਲੜਾਈ ਹੋਊਗੀ। ਤਾਂ ਉਹ ਜਦੋਂ ਬਾਦਲ ਸਾਹਿਬ ਪਿੰਡਾਂ ਵਿੱਚ ਜਾਣ ਲੱਗੇ ਉਦੋਂ ਉਹਨਾਂ ਨੂੰ ਲੋਕਾਂ ਨੇ ਬਹੁਤਾ ਰਿਸਪੌਂਡ ਨਹੀਂ ਕੀਤਾ। ਫਿਰ ਉਸ ਕਰਕੇ ਇਹ ਵੀ ਲੱਗਣ ਲੱਗਿਆ ਵੀ ਸ਼ਾਇਦ ਆਪਣੇ ਵੱਲ ਲੋਕ ਚੰਗਾ ਹੀ ਹੁੰਗਾਰਾ ਭਰਦੇ ਜਿੱਤ ਵੱਲ ਵੀ ਵਧਣ। ਖੁੱਡੀਆਂ ਸਾਹਿਬ, ਇੱਕ ਹੋਰ ਦੱਸਿਓ, ਬਹੁਤ ਮਹੱਤਵਪੂਰਨ ਸਵਾਲ ਹੈ ਇਹ, ਔਰ ਖੁੱਲ੍ਹ ਕੇ ਦਾ ਜਵਾਬ ਦਿਓ। ਆਮ ਤੌਰ ਤੇ ਕੋਈ ਸਿਆਸਤਦਾਨ ਹੋਵੇ, ਕੋਈ ਪਟਕੇ ਦੀ ਕੁਸ਼ਤੀ ਜਿੱਤਣ ਵਾਲਾ ਹੋਵੇ, ਹਰ ਕੋਈ ਬੰਦਾ ਚਾਹੁੰਦਾ ਹੁੰਦਾ ਕਿ ਉਹਦੇ ਨਾਲ ਮਾੜਾ ਭਲਵਾਨ ਹੋਵੇ। ਸਿਆਸਤਦਾਨ ਚਾਹੁੰਦਾ ਹੁੰਦਾ ਕਿ ਉਹਨੂੰ ਸੇਫ ਹਲਕਾ ਦਿੱਤਾ ਜਾਵੇ। ਕੀ ਕਾਰਨ ਸੀ ਕਿ ਤੁਸੀਂ ਸਭ ਤੋਂ ਵੱਡਾ ਜਿਹਨੂੰ ਸਿਆਸਤ ਦੇ ਵਿੱਚ ਲੋਕ ਥੰਮ ਸਮਝਦੇ ਸੀ ਜਾਂ ਜਿਹਨੂੰ ਲੋਕ ਬਾਬਾ ਬੋੜ ਸਮਝਦੇ ਸੀ, ਕਿ ਉਹਨਾਂ ਦੇ ਮੁਕਾਬਲੇ ਹੀ ਕਿਹਾ ਕਿ ਮੈਨੂੰ ਲੰਬੀ ਤੁਸੀਂ ਦਿਓ, ਜਾਂ ਇਹ ਪਾਰਟੀ ਦੀ ਚੋਣ ਸੀ ਜੀ? ਨਹੀਂ, ਮੈਨੂੰ ਕੇਜਰੀਵਾਲ ਜੀ ਹੋਰਾਂ ਨੇ ਇਹ ਪੁੱਛਿਆ ਸੀ ਵੀ ਤੁਸੀਂ ਮੇਰੇ ਨਾਲ ਆਓ, ਮੈਂ ਤੁਹਾਨੂੰ ਵਿਧਾਨ ਸਭਾ ਵਿੱਚ ਭੇਜਣਾ ਚਾਹੁੰਦਾ, ਕਿੱਥੋਂ ਲੜੋਗੇ? ਤੇ ਮੈਂ ਉਦੋਂ ਇਸ ਕਰਕੇ ਬੈਨੀਵਾਲ ਸਾਹਿਬ, ਕਿਉਂਕਿ ਮੇਰਾ ਵੱਡਾ ਵਿਸ਼ਵਾਸ ਸੀ ਕਿ ਹਲਕੇ ਦੇ ਲੋਕਾਂ ਨੇ ਮੈਨੂੰ ਬਹੁਤ ਹੌਸਲਾ ਦਿੱਤਾ, ਹਮੇਸ਼ਾ ਨਾਲ ਰਹੇ ਹੈ, ਤੇ ਮੈਂ ਕਿਹਾ ਜੀ ਮੈਂ ਤਾਂ ਲੰਬੀ ਤੋਂ ਹੀ ਲੜੂੰਗਾ। ਤੋ ਮੇਰੀ ਕਿਸਮਤ ਅਜਮਾਈ ਲੰਬੀ ਤੋਂ ਹੋਊ, ਮੇਰੇ ਨਾਲ ਲੋਕ ਬਹੁਤ ਰਹੇ ਆ, ਤੇ ਮੈਂ ਹੁਣ ਅੱਜ ਛੱਡ ਕੇ ਭੱਜਦਾ ਤਾਂ ਮੈਂ ਬੁਜ਼ਦਿਲ ਗਿਣਿਆ ਜਾਊਂਗਾ। ਤੋ ਇਸ ਲਈ ਮੈਂ ਇਹ ਲੰਬੀ ਦਾ ਹਲਕਾ ਚੁਣਿਆ। ਮੈਨੂੰ ਕੋਈ ਇਹੋ ਜਿਹੀ ਝਿਜਕ ਨਹੀਂ ਸੀ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨਾਲ ਚੋਣ ਹੋਣੀ ਹੈ। ਉਹਨਾਂ ਨੇ ਮੈਨੂੰ ਪੁੱਛਿਆ ਸੀ ਵੀ ਮੁਕਾਬਲਾ ਕਿਸ ਤਰ੍ਹਾਂ ਦਾ ਹੋਣਾ? ਮੈਂ ਕਿਹਾ ਜੀ ਮੁਕਾਬਲਾ ਬਹੁਤ ਵਧੀਆ, ਮੈਂ ਤੁਹਾਨੂੰ ਭਰੋਸੇ ਨਾਲ ਹੀ ਕਹਿਣਾ ਵੀ ਸੌਖਾ ਨਹੀਂ ਛੱਡੂਗਾ, ਕਿਸੇ ਪਾਸੇ ਜਾਣ ਜੋਗਾ ਨਹੀਂ ਉਹਨਾਂ ਨੂੰ ਛੱਡੂਗਾ। ਮੈਨੂੰ ਇਹ ਨਹੀਂ ਪਤਾ ਵੀ ਜਿੱਤ ਹਾਰ ਕਿੱਥੇ ਖੜੀ ਹੈ। ਕਿਉਂਕਿ ਵੱਡੇ ਵੱਡੇ ਮੱਥੇ ਲਾਉਂਦੇ ਰਹੇ ਆ, ਕਦੇ ਕਪਤਾਨ ਸਾਹਿਬ ਇੱਥੇ ਆਉਂਦੇ ਰਹੇ, ਤੁਸੀਂ ਵੀ ਉਦੋਂ ਹਾਲਾਂਕਿ ਕਾਂਗਰਸ ਪਾਰਟੀ ਵਿੱਚ ਸੀ। ਵੱਡਿਆਂ ਨੇ ਕੋਸ਼ਿਸ਼ਾਂ ਕੀਤੀਆਂ, ਭਾਵੇਂ ਉਹਨਾਂ ਨੂੰ ਹਰਾਉਣ ਦੀਆਂ ਕਹੀਏ, ਭਾਵੇਂ ਉਹਨਾਂ ਨੂੰ ਜਿਤਾਉਣ ਦੀਆਂ ਕਹੀਏ, ਪਰ ਸਫਲਤਾ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਨੂੰ ਇਹ ਮਿਲੀ ਹੈ। ਅੱਛਾ, ਹੁਣ ਮੈਨੂੰ ਇਹ ਦੱਸੋ, ਤੁਹਾਨੂੰ 92 ਸੀਟਾਂ ਮਿਲੀਆਂ ਨੇ ਕੁੱਲ ਪੰਜਾਬ ਦੇ ਵਿੱਚੋਂ, 117 ਦੇ ਵਿੱਚੋਂ ਬਹੁਤ ਵੱਡਾ ਫਤਵਾ ਹੈ। ਇਹ ਆਖਿਆ ਜਾ ਸਕਦਾ ਕਿ 80% ਤੋਂ ਜ਼ਿਆਦਾ ਪੰਜਾਬ ਤੁਹਾਡੀ ਪਾਰਟੀ ਦੇ ਹੱਕ 'ਚ ਆ ਕੇ ਭੁਗਤ ਗਿਆ। ਉਨੀਆਂ ਵੱਡੀਆਂ ਲੋਕਾਂ ਨੂੰ ਉਮੀਦਾਂ ਨੇ। ਉਹ ਉਮੀਦਾਂ ਤੇ ਖਰਾ ਉਤਰਨ ਦੇ ਵਾਸਤੇ ਬਾਕੀ ਪਾਰਟੀਆਂ ਨਾਲੋਂ ਤੁਹਾਨੂੰ ਲੱਗਦਾ ਕਿ ਜ਼ਿਆਦਾ ਕੰਮ ਕਰਨ ਦੀ ਲੋੜ ਹੈ? ਕੀ ਕਰ ਵੀ ਰਹੇ ਹੋ ਜਾਂ ਹੋਊਗਾ ਜੀ? ਬੈਨੀਵਾਲ ਸਾਹਿਬ, ਇਹ ਗੱਲ ਸਾਰੇ ਹੀ ਕਹਿ ਰਹੇ ਆ ਤੇ ਮੈਨੂੰ ਵੀ ਵੱਡਾ ਹੈ ਕਿ ਬਹੁਤ ਚੁਣੌਤੀਆਂ ਨੇ ਜੀ, ਕਿਉਂਕਿ ਪੈਂਡਾ ਬਹੁਤ ਵਿਖੜ ਚੁੱਕਿਆ ਜਿਸ ਤੇ ਅਸੀਂ ਲੰਘਣਾ ਹੈ। ਪਰੰਤੂ ਜਿਸ ਤਰ੍ਹਾਂ ਪਾਰਟੀ 'ਚ ਸੰਜੀਦਗੀ ਹੈ ਜੀ, ਅਸੀਂ ਇਮਾਨਦਾਰੀ ਨਾਲ ਕੰਮ ਕਰਨਾ ਹੈ। ਸਾਡੇ ਮੁੱਖ ਮੰਤਰੀ ਸਾਹਿਬ, ਸਾਡੇ ਕਨਵੀਨਰ ਸਾਹਿਬ, ਪਹਿਲੇ ਦਿਨ ਜਦੋਂ ਐਮਐਲਏ ਦੀ ਮੀਟਿੰਗ ਹੋਈ ਸੀ ਉਸ ਦਿਨ ਵੀ ਉਹਨਾਂ ਨੇ ਕਿਹਾ ਸੀਗਾ ਵੀ ਤੁਹਾਨੂੰ ਲੋਕਾਂ ਨੇ ਬਹੁਤ ਵੱਡਾ ਮਾਨ ਸਨਮਾਨ ਦਿੱਤਾ, ਤੁਸੀਂ ਲੋਕਾਂ ਲਈ ਕਰੋ, ਆਪਣੇ ਲਈ ਨਾ ਕਰਿਓ। ਜੇ ਇਹੋ ਜਿਹੀ ਗੱਲ ਹੋਈ ਤਾਂ ਬਰਦਾਸ਼ਤ ਨਹੀਂ ਹੋਊਗੀ, ਕੋਈ ਬੇਈਮਾਨੀ, ਕੋਈ ਹੋਰ ਤਰ੍ਹਾਂ ਦੀਆਂ ਗੱਲਾਂ ਕਰਨ ਦੇ ਜੀ। ਸੋ ਸਾਡੀ ਪਾਰਟੀ ਇਸ ਲਈ ਲੱਗੀ ਹੈ। ਮੁੱਖ ਮੰਤਰੀ ਸਾਹਿਬ ਨੇ ਫੈਸਲੇ ਜਿਹੜੇ, ਕਿਉਂਕਿ ਬੜੇ ਥੋੜੇ ਜਿਹੇ ਸਮੇਂ 'ਚ, ਔਰ ਜਦੋਂ
ਬਜਟ ਵੀ ਬਹੁਤ ਵਧੀਆ ਨਾ ਹੋਵੇ ਆਪਣੇ ਸਟੇਟ ਦਾ, ਉਸ ਵੇਲੇ ਉਹਨਾਂ ਨੇ ਨੌਕਰੀਆਂ ਸ਼ੁਰੂਆਤ ਕਰਨੀ ਨਹੀਂ, ਪਾਰਟੀਆਂ ਜਾਂਦੀਆਂ ਜਦੋਂ ਲੋਕਾਂ ਨੂੰ ਇਹ ਪਰਚਾਉਂਦੀਆਂ ਵੀ ਹੁਣ ਸਾਡੇ ਨਾਲ ਲੋਕ ਲੱਗਣਗੇ। ਪਰ ਸਾਡੇ ਮੁੱਖ ਮੰਤਰੀ ਸਾਹਿਬ ਨੇ ਪਹਿਲਾ ਫੈਸਲਾ ਲਿਆ 25,000 ਨੌਕਰੀਆਂ ਦਾ, ਜਿਹੜਾ ਉਸ ਤੋਂ ਬਾਅਦ ਜਿਹੜੀ 300 ਯੂਨਿਟ ਬਿਜਲੀ ਦੀ ਵੀ ਐਲਾਨ ਕਰ ਦਿੱਤਾ ਗਿਆ। ਸਕੂਲਾਂ ਦੇ ਪ੍ਰਬੰਧ ਸੁਧਰਨ ਲੱਗੇ ਆ, ਮੈਂ ਨਹੀਂ ਕਹਿੰਦਾ ਵੀ 100% ਵਧੀਆ ਹੋ ਗਏ, ਪਰ ਸਾਲ ਡੇਢ ਸਾਲ ਵਿੱਚ ਬਹੁਤ ਵਧੀਆ ਜਿਹੜਾ ਰਿਜ਼ਲਟ ਆਉਣ ਲੱਗ ਜਾਣਾ ਹੈ। ਜਿੱਥੋਂ ਤੱਕ ਹਸਪੀਟਲਸ ਦਾ, ਉਹਦਾ ਵੀ ਕਿਉਂਕਿ ਮੈਡੀਕਲ ਦੀ ਵੀ ਗੱਲ ਕੀਤੀ ਗਈ ਸੀ ਤੇ ਪੜ੍ਹਾਈ ਦੀ ਵੀ ਕੀਤੀ, ਐਜੂਕੇਸ਼ਨ ਦੀ, ਇਹ ਜਿਹੜੀ 1000 ਰੁਪਈਆ ਪੈਨਸ਼ਨ ਦੀ ਕੀਤੀ ਗਈ ਸੀ ਤਰਤੀਬਵਾਰ। ਇੱਕ ਦਿਨ ਇਹ ਕੁਝ ਹੋ ਨਹੀਂ ਸਕਣਾ, ਪਰ ਪਹਿਲਾ ਨੌਕਰੀਆਂ ਦਾ ਤੇ ਦੂਸਰਾ ਜਿਹੜਾ ਬਿਜਲੀ ਦਾ ਸਾਡੀ ਸਰਕਾਰ ਨੇ ਕੀਤਾ, ਔਰ ਹੌਲੀ ਹੌਲੀ ਸਟੈਪ ਬਾਈ ਸਟੈਪ ਅਸੀਂ ਗਾਂ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੁੰਦੇ ਜਾਵਾਂਗੇ। ਖੁੱਡੀਆਂ ਸਾਹਿਬ, ਇੱਕ ਹੋਰ ਦੱਸੋ, ਤੁਸੀਂ ਲੰਬੇ ਸਮੇਂ ਤੋਂ, ਕਿਉਂਕਿ ਪਿਤਾ ਜੀ ਮੈਂਬਰ ਪਾਰਲੀਮੈਂਟ ਦੀ ਚੋਣ ਜਿੱਤੇ, ਕੁਝ ਕੁ ਦਿਨਾਂ ਤੋਂ ਬਾਅਦ ਉਹਨਾਂ ਦਾ ਅਗਵਾ ਹੋ ਜਾਣਾ ਜਾਂ ਗੁੰਮ ਹੋ ਜਾਣਾ, ਤੇ ਫਿਰ ਕਈ ਦਿਨਾਂ ਤੋਂ ਬਾਅਦ ਪਤਾ ਲੱਗਣਾ ਕਿ ਉਹ ਇਸ ਦੁਨੀਆ ਵਿੱਚ ਨਹੀਂ ਰਹੇ। ਉਹਦੇ ਤੋਂ ਬਾਅਦ ਤੁਹਾਡਾ ਪਰਿਵਾਰ ਹਮੇਸ਼ਾ ਜੱਦੋ ਜਹਿਦ 'ਚ ਰਿਹਾ, ਵਿਖੜਾ ਪੈਂਦਾ ਸੀ, ਤੇ ਆਖਰਕਾਰ ਜਿੱਤ ਨਸੀਬ ਹੋ ਗਈ, ਹੁਣ ਤੁਸੀਂ ਵਿਧਾਇਕ ਬਣ ਗਏ ਹੋ। ਉਦੋਂ ਤੇ ਹੁਣ ਦੇ ਵਿੱਚ ਕਿਉਂਕਿ ਜ਼ਮੀਨ ਅਸਮਾਨ ਦਾ ਫਰਕ, ਆਪਾਂ ਨੂੰ ਪਤਾ ਕਿ ਜ਼ਮਾਨੇ ਦੀ ਰਫ਼ਤਾਰ ਬਹੁਤ ਫੜ ਲਈ ਹੈ। ਖਬਰਾਂ ਤਾਂ ਉਦੋਂ ਵੀ ਅਸੀਂ ਤਾਂ ਇਹੀ ਸੁਣਿਆ ਕਿ ਉਹ ਭਾਵੇਂ ਬੱਸ ਚੜ੍ਹ ਕੇ ਜਾਂਦੇ ਸੀ, ਭਾਵੇਂ ਕਿਰਾਇਆ ਜੇਬੋਂ ਲਾਉਂਦੇ ਸੀ, ਲੋਕਾਂ ਦੀ ਮਦਦ ਕਰਦੇ ਸੀ। ਲੋਕ ਉਦੋਂ ਵੀ ਵੱਡੇ ਤੜਕੇ ਆ ਕੇ ਸ਼ੁਰੂ ਹੋ ਜਾਂਦੇ ਸੀ ਕਿ ਜਥੇਦਾਰ ਸਾਹਿਬ ਮੇਰਾ ਆਹ ਕੰਮ ਹੈ, ਮੇਰਾ ਉਹ ਕੰਮ ਹੈ। ਅੱਜ ਵੀ ਲੋਕ ਉਸੇ ਤਰੀਕੇ ਨਾਲ ਆਉਂਦੇ ਆ ਜੀ। ਕਿਹੋ ਜਿਹੇ ਸਭ ਤੋਂ ਵੱਧ ਕੰਮ ਲੈ ਕੇ ਆਉਂਦੇ ਆ? ਕਿ ਥਾਣੇ ਵਾਲੇ ਆਉਂਦੇ ਆ, ਕਚਹਿਰੀਆਂ ਵਾਲੇ ਆਉਂਦੇ ਆ, ਜਾਂ ਸਾਡੇ ਮੁੰਡੇ ਨੂੰ ਨੌਕਰੀ ਦਿਵਾ ਦਿਓ, ਜਾਂ ਸਾਡੇ ਮੁੰਡੇ ਦੀ ਬਦਲੀ ਕਰਾ ਦਿਓ? ਪੰਜਾਬ ਦੇ ਲੋਕਾਂ ਦੀਆਂ ਅਸਲ ਮੰਗਾਂ ਕੀ ਨੇ ਜਿਹੜੀਆਂ ਇੱਕ ਵਿਧਾਇਕ ਦੇ ਦਰਵਾਜ਼ੇ ਤੇ ਲੈ ਕੇ ਆਉਂਦੇ ਆ ਜੀ? ਜਿਹੜੀਆਂ ਮੰਗਾਂ ਤਾਂ ਬੈਨੀਪਾਲ ਸਾਹਿਬ ਸਮੇਂ-ਸਮੇਂ ਨਾਲ ਕਈ ਸਮੱਸਿਆਵਾਂ ਰੋਜ਼-ਰੋਜ਼ ਖੜੀ ਨਵੀਂ ਹੋ ਜਾਂਦੀ ਹੈ, ਉਹਦੇ ਤਾਂ ਕੋਈ ਵੱਖਰੀ ਗੱਲ ਵੀ ਨਹੀਂ ਕਹੀ ਜਾ ਸਕਦੀ ਜੀ। ਪਰੰਤੂ ਜਿਵੇਂ ਨੌਕਰੀਆਂ ਦਾ ਵੀ ਹਰ ਇੱਕ ਨੂੰ ਮਾਪੇ ਬੱਚੇ ਲੈ ਕੇ ਆਉਂਦੇ ਆ ਵੀ ਸਾਡਾ ਪੜ੍ਹ ਲਿਖ ਗਿਆ, ਤੇ ਬਹੁਤ ਲੰਮੇ ਸਮੇਂ ਤੋਂ ਧੱਕੇ ਖਾਂਦੇ ਆ ਰਹੇ ਆ, ਕੋਈ ਇਹਨਾਂ ਦਾ ਬਣੂ। ਤੋ ਜਾਂ ਕੋਈ ਥੋੜੀਆਂ ਮੋਟੀਆਂ ਲੋਕਾਂ ਨਾਲ ਪਹਿਲਾਂ ਜਿਹੜੀਆਂ ਵਧੀਕੀਆਂ ਹੁੰਦੀਆਂ ਰਹਿੰਦੀਆਂ, ਉਹਨਾਂ ਦੇ ਵੀ ਆ ਇੰਨੇ ਚਿਰ ਦਾ ਸਾਡੇ ਤੇ ਸੀ ਜੀ, ਪਰਚਾ ਸੀ, ਆਹ ਸੀ, ਇਹਦਾ ਕੁਝ ਕਰੋ। ਉਹੋ ਜਿਹੀਆਂ ਲੋਕਾਂ ਲਈ ਛੋਟੀਆਂ-ਛੋਟੀਆਂ ਗੱਲਾਂ ਵੀ ਆ ਰਹੀਆਂ, ਤੇ ਆਪਣੇ ਨਗਰਾਂ ਦੀਆਂ ਲੋੜਾਂ ਵੀ ਹੈ। ਜੇ ਕਿਤੇ ਪੀਣ ਵਾਲੇ ਪਾਣੀ ਦੀ ਹੈ, ਕਿਤੇ ਸਕੂਲ ਦੇ ਮਾਸਟਰ ਘੱਟ ਆ, ਉਹ ਸਾਰੇ ਆਪਣੇ ਤੌਰ ਤੇ ਲੈ ਕੇ ਆਉਂਦੇ। ਅੱਛਾ, ਹੁਣ ਇੱਕ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਜਦੋਂ ਸਭ ਤੋਂ ਪਹਿਲਾਂ ਵਿਧਾਇਕ ਦਲ ਦੀ ਮੀਟਿੰਗ ਹੁੰਦੀ ਆ, ਉਹਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਹਿੰਦੇ ਹੈ ਕਿ ਤੁਸੀਂ ਚੰਡੀਗੜ੍ਹ ਨਹੀਂ ਨਜ਼ਰ ਆਉਣੇ ਚਾਹੀਦੇ, ਤੁਸੀਂ ਆਪਣੇ ਸ਼ਹਿਰਾਂ 'ਚ, ਪਿੰਡਾਂ 'ਚ, ਹਲਕਿਆਂ 'ਚ ਜਿੱਥੋਂ ਵੋਟਾਂ ਮੰਗਣ ਜਾਂਦੇ ਸੀ ਉੱਥੇ ਹੀ ਰਹੋ। ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਕਿ ਤੁਸੀਂ ਆਪਣੇ ਹਲਕੇ 'ਚ ਰਹਿੰਦੇ ਹੋ ਜਾਂ ਚੰਡੀਗੜ੍ਹ ਜ਼ਿਆਦਾ ਰਹਿੰਦੇ ਹੋ ਜੀ, ਜਾਂ ਬਾਕੀ ਵਿਧਾਇਕ ਵੀ? ਮੈਂ ਤਾਂ ਜੀ 2 ਦਿਨ ਪਹਿਲਾਂ ਸੈਸ਼ਨ ਸੀ ਉਦੋਂ ਗਿਆ ਹੈਗਾ, ਤੇ ਇੱਕ ਦਿਨ ਜਦੋਂ ਮਗਰੋਂ ਸਪੈਸ਼ਲ ਸੈਸ਼ਨ ਸੱਦਿਆ ਗਿਆ ਸੀ ਚੰਡੀਗੜ੍ਹ ਵਾਸਤੇ, ਉਸ ਦਿਨ ਗਿਆ। ਮੈਂ ਚੰਡੀਗੜ੍ਹ ਬਹੁਤਾ ਨਹੀਂ ਗਿਆ, ਸੋ ਮੈਂ ਤਾਂ ਆਪਣੇ ਹਲਕੇ 'ਚ ਹੀ ਹਾਂ, ਲੋਕਾਂ ਨਾਲ ਹੀ ਹਾਂ। ਬਾਹਲਾ ਟਾਈਮ ਸਵੇਰੇ ਕੁਛ 6 ਵਜੇ ਤੋਂ 10 ਵਜੇ ਤਾਈਂ ਘਰੇ ਹੀ ਲੋਕਾਂ ਨਾਲ ਸਾਂਝ ਹੋ ਜਾਂਦੀ ਹੈ। ਉਸ ਤੋਂ ਬਾਅਦ ਇਲਾਕੇ 'ਚ ਕੋਈ 5-4 ਥਾਵਾਂ ਤੇ ਕੋਈ ਗਮੀ ਸ਼ਾਦੀ, ਕੋਈ ਹੋਰ ਕਿਸੇ ਦਫ਼ਤਰ ਦਾ ਫੰਕਸ਼ਨ, ਕੋਈ ਵੀ, ਸ਼ਾਮ ਨੂੰ ਆ ਕੇ ਫੇਰ ਵੀ ਸੰਗਤ ਨਾਲ ਹੀ ਸਮਝ ਲਓ ਸਾਂਝ ਪੈ ਜਾਂਦੀ ਹੈ। ਕੋਈ 8-9 ਵਜੇ 10 ਵਜੇ ਵੀ ਸੌਣਾ ਪੈ ਜਾਂਦਾ। ਤੁਹਾਡੇ ਹਲਕੇ ਦੇ ਵਿੱਚ ਕਿਉਂਕਿ ਲੰਬੇ ਸਮੇਂ ਤੱਕ ਮੁੱਖ ਮੰਤਰੀ ਰਹਿਣ ਵਾਲੇ ਵਿਅਕਤੀ ਪ੍ਰਕਾਸ਼ ਸਿੰਘ ਬਾਦਲ ਵਿਚਰਿਆ, ਬਹੁਤ ਕੁਝ ਉਹਨੇ ਹਲਕੇ ਦਾ ਵਿਕਾਸ ਕੀਤਾ ਵੀ ਹੋਣਾ, ਪਰ ਬਹੁਤ ਕੁਝ ਰਹਿੰਦਾ ਵੀ ਹੋਣਾ। ਪਰ ਜੇ ਤੁਹਾਨੂੰ ਪੁੱਛਿਆ ਜਾਵੇ ਉਚੇਚੇ ਤੌਰ ਤੇ ਕਿ ਹਲਕਾ ਲੰਬੀ ਦੇ ਵਿੱਚ ਸਭ ਤੋਂ ਇਸ ਤਰ੍ਹਾਂ ਦਾ ਪਹਿਲੂ ਕਿਹੜਾ ਹੈ ਜਿਹਦੇ ਉੱਤੇ ਤੁਹਾਨੂੰ ਲੱਗਦਾ ਇੱਕ ਹਲਕਾ ਵਿਧਾਇਕ ਹੋਣ ਦੇ ਨਾਤੇ ਕਿ ਆਹ ਕੰਮ ਮੇਰੀ ਪ੍ਰਾਇੋਰਟੀ ਤੇ ਸਭ ਤੋਂ ਪਹਿਲਾਂ ਇਹ ਕਰਨ ਵਾਲਾ ਹੈ ਜੀ ਕੋਈ? ਵੇਖੋ ਜੀ, ਸਾਡੇ ਪਹਿਲੀ ਗੱਲ ਤਾਂ ਕੋਈ ਛੋਟੀ ਵੱਡੀ ਇੰਡਸਟਰੀ ਹੈ ਨਹੀਂ। ਅੱਛਾ ਜੀ। ਜਿੱਥੇ ਛੋਟੇ ਤੋਂ ਵਰਕਰ ਤੋਂ ਲੈ ਕੇ ਉਹਦਾ ਕੋਈ ਇੰਜੀਨੀਅਰ, ਕੋਈ ਹੋਰ ਸੁਪਰਡੈਂਟ, ਆਪਾਂ ਬਹੁਤ ਸਾਰੀਆਂ ਨੌਕਰੀਆਂ ਹੁੰਦੀਆਂ ਆਮ ਬੱਚਿਆਂ ਨੂੰ ਮਿਲ ਜਾਂਦੀਆਂ। ਇੱਕ ਸਾਡੇ ਸ਼ੂਗਰ ਮਿਲ ਸੀ, ਉਹ ਵੀ ਮਲੋਟ ਸੀ,
ਉਹਨੂੰ ਬੰਦ ਕਰ ਦਿੱਤਾ ਗਿਆ, ਉਹਨੂੰ ਵੇਚਣ ਦੀਆਂ ਗੱਲਾਂ ਵੀ ਕੀਤੀਆਂ ਗਈਆਂ, ਪਤਾ ਨਹੀਂ ਕੁਦਰਤ ਕਿਵੇਂ ਬਚ ਗਈ। ਮੇਰੀ ਜਿਹੜੀ ਪਾਰਟੀ ਨੂੰ ਥੋੜ੍ਹਾ ਸਰਕਾਰ ਨੂੰ ਚੱਲਣ ਦਿਓ, ਇਸ ਵਾਸਤੇ ਮੈਂ ਜ਼ਰੂਰ ਬੇਨਤੀ ਕਰੂੰ ਕਿ ਰੁਜ਼ਗਾਰ ਦੇ ਲਈ ਕੋਈ ਨਾ ਕੋਈ ਸਾਡੇ ਇਸ ਹਲਕੇ ਲਈ ਕੰਮ ਕੀਤਾ ਜਾਵੇ। ਐਜੂਕੇਸ਼ਨ ਦੇ ਤੌਰ 'ਤੇ ਵੀ ਸਾਡਾ ਜਿਹੜਾ ਜਿਵੇਂ ਬਹੁਤ ਵਾਰੀ 5 ਵਾਰੀ ਚੀਫ ਮਿਨਿਸਟਰ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਪਰ ਕੋਈ ਇਹੋ ਜਿਹਾ ਇੰਸਟੀਟਿਊਸ਼ਨ ਨਹੀਂ ਜਿਹਦੇ ਤੋਂ ਲੋਕ ਵਧੀਆ ਤੇ ਮਿਆਰੀ ਤੇ ਜਿਹਦਾ ਫੀਸਾਂ ਵੀ ਭਰ ਸਕਦੇ ਹੋਣ, ਉਹਨਾਂ ਕਰ ਸਕਦੇ ਹੋਣ, ਇਹ ਜੇ ਕੋਈ ਇੰਸਟੀਟਿਊਸ਼ਨ ਹੈ ਨਹੀਂ। ਤੇ ਮੈਡੀਕਲ ਤਾਂ ਰੱਬ ਦਾ ਨਾਂ ਹੀ ਹੈ। ਤੇ ਜਿਹੜਾ ਹਸਪਤਾਲਾਂ ਵਿੱਚ ਕੋਈ ਹੁਣ ਤਾਂ ਦਵਾਈ ਦਾਰੂ ਭੇਜ ਦਿੱਤੀ ਗਈ ਹੈ ਸਰਕਾਰ ਵੱਲੋਂ, ਔਰ ਡਾਕਟਰ ਵੀ ਪੂਰੇ ਕਰ ਦਿੱਤੇ ਜਾਣਗੇ। ਸਮੱਸਿਆਵਾਂ ਬੈਨੀਪਾਲ ਸਾਹਿਬ ਬਹੁਤ ਸਾਰੀਆਂ ਛੋਟੀਆਂ ਛੋਟੀਆਂ, ਕੋਈ ਤਰੱਕੀ ਨਾਂ ਦੀ ਚੀਜ਼ ਹੈ ਨਹੀਂ। ਗਲੀਆਂ ਨਾਲੀਆਂ ਪੱਕੀਆਂ ਕਰਕੇ ਲੋਕਾਂ ਨੂੰ ਇਹ ਕਿਹਾ ਜਾਂਦਾ ਵੀ ਬਹੁਤ ਵੱਡੀ ਤਰੱਕੀ ਕੀਤੀ ਹੈ, ਪਰ ਸਾਡਾ ਜਿਹੜਾ ਹਲਕੇ ਦਾ ਥੋੜਾ ਜਿਹਾ ਇਹ ਗੱਲ ਜ਼ਰੂਰ ਹੈ ਕਿ ਜ਼ਮੀਨ ਜਾਇਦਾਦਾਂ ਜ਼ਿਮੀਂਦਾਰਾਂ ਕੋਲੇ ਠੀਕ ਆ, ਟਾਈਮ ਟਪਾਉਣ ਦੀਆਂ ਹਨ, ਉਸ ਕਰਕੇ ਉਹਨਾਂ ਦਾ ਗੁਜ਼ਾਰਾ ਚੱਲੀ ਜਾ ਰਿਹਾ। ਵਰਨਾ ਲੋਕਾਂ ਲਈ ਬਹੁਤ ਔਖੀ ਗੱਲ ਆ ਜਾਣੀ ਸੀ। ਜਿਵੇਂ ਲੰਮਾ ਸਮਾਂ ਸਰਕਾਰ ਰਹੀ ਹੈ ਸਾਡੇ ਹਲਕੇ ਦੀ, ਕਿਉਂਕਿ ਹਲਕੇ ਦੀ ਸਰਕਾਰ ਹੀ ਗਿਣੀ ਜਾਣੀ ਜਦੋਂ ਚੀਫ ਮਿਨਿਸਟਰ 5 ਵਾਰ ਰਹੇ। ਤੇ ਪਰ ਇਹੋ ਜਿਹੀ ਕੋਈ ਗੱਲ ਨਹੀਂ। ਜੇ ਇੰਨਾ ਕੁਛ ਕੀਤਾ ਤਾਂ ਬਾਦਲ ਸਾਹਿਬ, ਮੈਂ ਪਹਿਲਾਂ ਵੀ ਕਿਹਾ ਸੀ, ਮੈਂ ਕੇਜਰੀਵਾਲ ਸਾਹਿਬ ਨੂੰ ਵੀ ਉੱਥੇ ਬੰਨ੍ਹ ਕੇ ਬਿਠਾ ਲੂੰਗਾ, ਤੇ ਇੱਥੋਂ ਲੰਬੀ ਹਲਕੇ ਚੋਂ ਬਾਹਰ ਨਹੀਂ ਕਿਤੇ ਜਾ ਸਕੇ ਸੀ। ਇਸ ਤਰ੍ਹਾਂ ਸੁਖਬੀਰ ਨੂੰ ਵੀ ਇੱਥੋਂ ਆਉਣਾ ਪਿਆ, ਹਰਸਿਮਰਤ ਵੀ ਆਈ। ਇਦੋਂ ਗਾਂ ਜੇ ਕਹੀਏ ਬੇਟੀਆਂ ਵੀ ਬੱਚੀਆਂ ਸਾਡੀਆਂ, ਉਹ ਸੁਖਬੀਰ ਹੋਰਾਂ ਦੀਆਂ, ਉਹ ਵੀ ਵਿਚਾਰੀਆਂ ਪਿੰਡਾਂ ਵਿੱਚ ਗਈਆਂ। ਬੇਟਾ ਬੜਾ ਛੋਟਾ 18-17 ਸਾਲ ਦਾ, ਉਹਨੂੰ ਵੀ ਜਾਣਾ ਪਿਆ। ਸਾਰਾ ਟੱਬਰ ਜੇ ਰਲ ਮਿਲ ਕੇ ਚੱਲਿਆ ਤਾਂ ਵੀ ਲੋਕਾਂ ਨੇ ਜੇ ਕੁਛ ਕੀਤਾ ਹੁੰਦਾ, ਜਾਣ ਦੀ ਲੋੜ ਨਹੀਂ ਸੀ। ਲੋਕ ਵੈਸੇ ਹੀ ਇੰਨਾ ਜਿਨ੍ਹਾਂ ਨੇ ਕੀਤਾ ਹੋਵੇ ਤਾਂ ਉਹਨਾਂ ਨਾਲ ਭੁਗਤਣ ਲਈ ਤਿਆਰ ਹੋ ਸਕਦੇ। ਗੱਲ ਬਣ ਨਾ ਸਕੀ ਫਿਰ ਵੀ। ਅੱਛਾ, ਹੁਣ ਮੈਨੂੰ ਇਹ ਦੱਸੋ, ਜਿਸ ਤਰ੍ਹਾਂ ਤੁਸੀਂ ਆਖਦੇ ਹੋ ਕਿ ਬਹੁਤ ਕੁਝ ਕਰਨ ਵਾਲਾ ਪਿਆ ਹੈ, ਔਰ ਤੁਹਾਡੇ ਤੋਂ ਉਮੀਦਾਂ ਵੀ ਵੱਡੀਆਂ ਨੇ, ਮੈਂ ਪਹਿਲਾਂ ਹੀ ਤੁਹਾਨੂੰ ਇਹ ਜ਼ਿਕਰ ਕਰ ਹਟਿਆ, ਪਰ ਪੰਜਾਬ ਦਾ ਖਜ਼ਾਨਾ ਵੀ ਆਪਾਂ ਨੂੰ ਪਤਾ ਕਿ ICU ਤੇ ਲੱਗਿਆ ਪਿਆ ਹੈ। ਚੋਣ ਪ੍ਰਚਾਰ ਦੇ ਵਕਤ ਕੇਜਰੀਵਾਲ ਸਾਹਿਬ ਨੇ ਵੀ ਆਖਿਆ, ਭਗਵੰਤ ਮਾਨ ਜੀ ਨੇ ਵੀ ਆਖਿਆ, ਤੁਸੀਂ ਵੀ ਆਪਣੇ ਹਲਕੇ ਦੇ ਲੋਕਾਂ ਨਾਲ ਵਾਅਦੇ ਕੀਤੇ ਹੋਣਗੇ, ਉਹਨਾਂ ਵਾਅਦਿਆਂ ਨੂੰ ਪੂਰਾ ਤੇ ਕਰਨਾ ਪੈਣਾ ਹੈ। 1 ਮਹੀਨੇ ਦਾ ਤੁਸੀਂ ਰਿਪੋਰਟ ਕਾਰਡ ਵੀ ਸਰਕਾਰ ਨੇ ਆਪਣੀ ਦਾ ਦਿੱਤਾ ਹੈ, ਤੇ ਕੁਝ ਕੁ ਵੱਡੇ ਵਾਅਦਿਆਂ ਵੱਲ ਨੂੰ ਹੋ ਵੀ ਤੁਰੇ ਹੋ ਤੁਸੀਂ ਸਾਬਤ ਕਦਮੀ। ਹੁਣ ਖਜ਼ਾਨਾ ਭਰਨਾ ਵੀ ਪੈਣਾ ਹੈ, ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਨਾ ਵੀ ਪੈਣਾ ਹੈ, ਕਿਉਂਕਿ ਤੁਸੀਂ ਸਾਰੇ 92 ਨੇ ਆਪੋ ਆਪਣਾ ਯੋਗਦਾਨ ਪਾਉਣਾ, ਇਨਪੁਟਸ ਪਾਉਣੀਆਂ ਨੇ ਕਿ ਇੱਥੋਂ ਆਪਾਂ ਖਜ਼ਾਨਾ ਭਰ ਸਕਦੇ ਹਾਂ, ਉੱਥੋਂ ਆਪਾਂ ਖਜ਼ਾਨਾ ਭਰ ਸਕਦੇ ਹਾਂ, ਇੱਥੋਂ ਇਨਕਮ ਵਧਾ ਸਕਦੇ ਹਾਂ। ਕੋਈ ਰੋਡ ਮੈਪ ਹੈ ਜੀ ਤੁਹਾਡੇ ਕੋਲੇ ਜਿਹੜਾ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਦੇ ਸਕੋ, ਖਜ਼ਾਨਾ ਮੰਤਰੀ ਸਾਹਿਬ ਨੂੰ ਦੇ ਸਕੋ ਕਿ ਆਪਾਂ ਆਹ ਕੰਮ ਕਰ ਲਈਏ ਤੇ ਇੱਥੋਂ ਇਨਕਮ ਜਨਰੇਟ ਹੋ ਜੂ? ਹੈ ਜੀ ਕੁਛ? ਇਹਦੇ ਵਾਸਤੇ ਬੈਨੀਪਾਲ ਸਾਹਿਬ ਬੜੇ ਵੱਡੇ ਦਿਮਾਗ ਪਹਿਲਾਂ ਵੀ ਹੈਗੇ ਪੰਜਾਬ 'ਚ ਲੱਗੇ ਹੋਏ ਹੁੰਦੇ ਆ, ਉਹਨਾਂ ਨੂੰ ਕਰਨ ਨਹੀਂ ਦਿੱਤਾ ਜਾਂਦਾ ਜੀ। ਜੇ ਜਿਹੜਾ ਖਜ਼ਾਨੇ ਦੀ ਗੱਲ ਹੈ, ਅੱਜ ਕਾਫੀ ਸੁਧਾਰ ਆਇਆ। ਜਿਹੜੀ ਰੋਡਵੇਜ਼ ਦੀ ਕਮਾਈ ਸੀ ਉਹ 30-32 ਕਰੋੜ ਸੀ, 34 ਸੀ ਸ਼ਾਇਦ, ਤੇ ਉਹ ਹੁਣ ਹੋ ਗਈ 62-63 ਕਰੋੜ। 1 ਮਹੀਨੇ ਵਿੱਚ ਹੀ 30 ਕਰੋੜ ਰੁਪਏ ਦਾ ਫਰਕ ਪੈ ਜਾਂਦਾ ਹੈ। ਕੋਈ 30 ਕਰੋੜ ਦੀਆਂ ਪੈਨਸ਼ਨਾਂ ਹੀ ਐਵੇਂ ਜਿਹੜੇ ਲੋਕ ਇਸ ਸੰਸਾਰ ਤੇ ਨਹੀਂ, ਉਹਦੀਆਂ ਹੋਰ ਹੀ ਕੋਈ ਆਸਾ ਪਾਸਾ ਕਰਕੇ ਲਈ ਉਹ ਵਾਪਸੀ, ਕੁਛ ਨਾ ਕੁਛ ਜਿਹੜਾ ਰੈਵਨਿਊ 'ਚ ਵਾਧਾ ਹੁੰਦਾ ਜਾ ਰਿਹਾ। ਮੈਨੂੰ ਲੱਗਦਾ 1,60,000 ਕਰੋੜ ਦਾ ਬਜਟ ਸੀਗਾ, ਸਰਕਾਰ ਪੂਰਾ ਜ਼ੋਰ ਲਾਊ, ਇਹ 2 ਲੱਖ ਦੇ ਨੇੜੇ ਲੈ ਕੇ ਜਾਵਾਂਗੇ। ਜਿੱਥੇ ਰੇਤਾ, ਬਜਰੀ ਔਰ ਐਕਸਾਈਜ਼ ਦੀ ਕਾਫੀ ਸਾਰੀ ਜਿਹੜੀ ਲੁੱਟ ਹੁੰਦੀ ਸੀ ਉਹਨੂੰ ਰੋਕੀ ਜਾਊ। ਹੋਰ ਥਾਵਾਂ ਤੇ ਵੀ ਬਹੁਤ ਜਿਹੜਾ GST ਦਾ ਮਾਮਲਾ, ਉਹ ਵੀ ਕੁਛ ਨਾ ਕੁਛ ਜਿਹੜੇ ਵਪਾਰੀ ਲੋਕ ਮੈਨੂੰ ਆ ਕੇ ਵੀ ਦੱਸ ਕੇ ਜਾਂਦੇ ਆ ਵੀ ਜਦੋਂ ਕਈ ਥਾਂ ਬਿੱਲ ਨਹੀਂ ਦਿੱਤੇ ਜਾਂਦੇ ਤਾਂ ਉਹ GST ਵਿੱਚ ਰਹਿ ਜਾਂਦੀ ਹੈ, ਉਹ ਸਰਕਾਰ ਦਾ ਹੀ ਨੁਕਸਾਨ ਹੁੰਦਾ। ਤੋ ਜਾਂ ਉਹ ਕਿਹਾ ਜਾਂਦਾ ਅੱਡ ਲਾਵਾਂਗੇ, ਜਦੋਂ GST ਜਿਹੜੀ ਫਰਮ ਭਰਦੀ ਆ ਉਹਦੇ ਇਨਕਲੂਡ ਹੀ ਸਾਰਾ ਕੰਮ ਕਰਨਾ ਚਾਹੀਦਾ। ਤੋ ਕਈ ਗੱਲਾਂ ਦੱਸ ਕੇ ਜਾਂਦੇ, ਉਹ ਉਹਨਾਂ ਦੇ ਰਾਹ ਤੱਕ ਪਹੁੰਚਾਵਾਂਗੇ ਵੀ ਇਹ ਠੀਕ ਹੋ ਸਕਦਾ ਤੇ ਹੋਊਗਾ ਜ਼ਰੂਰ ਜੇ ਨੀਤਾਂ ਸਾਫ਼ ਨੇ। ਬੈਨੀਪਾਲ ਸਾਹਿਬ ਕਦੇ ਵੀ ਕਿਤੇ ਵੀ ਕਿਸੇ ਚੀਜ਼ ਦੀ ਥੋੜ੍ਹੋ ਨਹੀਂ ਆਈ। ਆਪਣੀ ਤਾਂ ਕੌਮ ਬੜੀ ਬਹਾਦਰ ਹੈ, ਬੜੇ ਵੱਡੇ ਵੱਡੇ ਦਾਨ ਦੇ ਕੇ ਐਡੇ ਐਡੇ ਕਾਰਨਾਮੇ ਕੀਤੇ ਆ, ਸ਼ਹੀਦੀਆਂ ਤੱਕ ਦੇ ਦਿੰਦੇ ਆ, ਤੇ ਇਹ ਤਾਂ ਕੋਈ ਖਾਸ ਗੱਲ ਨਹੀਂ ਗੀ। ਸੋ ਪੰਜਾਬੀ ਲੋਕ ਬਹਾਦਰ ਹੈ। ਪੰਜਾਬੀ ਲੋਕ ਜੇ ਜਮਾਂ ਦਿਲ ਛੱਡ ਜਾਂਦੇ ਤਾਂ ਮੇਰਾ ਖਿਆਲ ਜਿਉਣਾ ਬੜਾ ਮੁਸ਼ਕਿਲ ਸੀ। ਅੱਜ ਵੀ ਅਸੀਂ ਚੰਗੀ ਰੋਟੀ ਖਾਂਦੇ ਹਾਂ
ਤੇ ਪਰ ਜਿਹੜੀਆਂ ਗੱਲਾਂ ਜਿਨ੍ਹਾਂ ਲੋਕਾਂ ਦੇ ਜ਼ਿੰਮੇ ਲਾਈਆਂ ਗਈਆਂ ਸੀ ਉਹਨਾਂ ਦੀਆਂ ਨੀਤਾਂ ਸਾਫ਼ ਨਹੀਂ ਸੀ। ਜੇ ਅਸੀਂ ਨੀਤਾਂ ਸਾਫ਼ ਰੱਖਾਂਗੇ ਤਾਂ ਜ਼ਰੂਰ ਸਾਡੀ ਸਟੇਟ, ਸਾਡੀ ਕੌਮ, ਸਾਡੇ ਲੋਕ ਸੁਖਦਾਈ ਹੋਣਗੇ। ਫੁੱਡੀਆਂ ਸਾਹਿਬ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਸੀ ਕਿ ਤੁਹਾਨੂੰ ਸ਼ਾਇਦ ਚੇਤਾ ਹੀ ਹੋਣਾ ਕਿ ਕੁਝ ਕੁ ਹਫ਼ਤੇ ਪਹਿਲਾਂ ਤੁਹਾਡੇ ਹਲਕੇ ਦੇ ਵਿੱਚ ਹੀ ਪ੍ਰਸ਼ਾਸਨ ਤੇ ਕਿਸਾਨਾਂ ਦੇ ਵਿਚਕਾਰ ਤੂੰ ਮੈਂ ਹੋ ਗਈ, ਇੱਕ ਰਫੜ ਜਿਹਾ ਪੈ ਗਿਆ ਸੀ, ਲਾਠੀ ਚਾਰਜ ਵੀ ਹੋ ਗਿਆ ਸੀ। ਸ਼ਾਇਦ ਤੁਹਾਨੂੰ ਬਾਅਦ ਦੇ ਵਿੱਚ ਪਤਾ ਵੀ ਲੱਗਿਆ ਉਸ ਮਸਲੇ ਦਾ। ਸੱਚਮੁੱਚ ਘਟਨਾ ਮੰਦਭਾਗੀ ਸੀ, ਕਿਉਂਕਿ ਤੁਹਾਡੀ ਸਰਕਾਰ ਨੇ ਆਖਿਆ ਸੀ ਕਿ ਹੁਣ ਸਰਕਾਰ ਆ ਗਈ ਬਦਲ ਕੇ, ਨਾ ਧਰਨੇ ਲੱਗਣਗੇ ਤੇ ਨਾ ਲਾਠੀ ਚਾਰਜ ਹੋਏਗਾ। ਉਹ ਜਿਵੇਂ ਵੀ ਵਾਪਰਿਆ, ਉਸ ਘਟਨਾ ਦੇ ਬਾਬਤ ਕੀ ਕਹਿਣਾ ਚਾਹੁੰਦੇ ਹੋ ਕਿ ਜੇ ਪਤਾ ਹੁੰਦਾ ਤਾਂ ਵਾਪਰਨ ਦਿੰਦੇ ਜਾਂ ਉਹਨੂੰ ਹੱਲ ਕੀਤਾ ਜਾ ਸਕਦਾ ਸੀ? ਤੁਹਾਡੇ ਕੀ ਕਮੈਂਟ ਨੇ ਜੀ ਉਸ ਖਬਰ ਦੇ ਉੱਤੇ? ਉਸਲਾ ਬੈਨੀਪਾਲ ਸਾਹਿਬ, ਮਿਸਕਮਿਊਨੀਕੇਸ਼ਨ ਹੀ ਹੋ ਗਈ। ਜੇ ਕਿਤੇ ਮੇਰੇ ਧਿਆਨ ਵਿੱਚ ਮਾਮਲਾ ਪਹਿਲਾਂ ਆ ਜਾਂਦਾ, ਕਿਉਂਕਿ ਪੁਰਾਣੀ ਸਰਕਾਰ ਦਾ ਸੀਗਾ, ਉਹਨਾਂ ਨੇ ਜਿਹੜੇ ਸਰਵੇ ਕੀਤੇ, ਗਰਦੌਰੀਆਂ ਕੀਤੀਆਂ, ਉਹ ਕੋਈ ਬਹੁਤਾ ਵਧੀਆ ਨਹੀਂ ਸੀ। ਉਹਦੇ ਤੇ ਮਜ਼ਦੂਰ ਤੇ ਕਿਸਾਨ ਯੂਨੀਅਨ ਰਲ ਕੇ ਕਾਫੀ ਆਪਣੇ ਵੱਲੋਂ ਚੱਲ ਰਹੇ ਸਨ। ਵੀ ਉਹਨਾਂ ਨੇ ਕਹਿੰਦੇ ਵੀ ਅਸੀਂ 3-4 ਵਾਰੀ DC ਸਾਹਿਬ ਨਾਲ ਤੇ ਅਫਸਰਾਂ ਨਾਲ ਅਸੀਂ ਟਾਈਮ ਵੀ ਦਿੱਤਾ ਵੀ ਸਾਡੀ ਗੱਲ ਸੁਣੀ ਜਾਵੇ, ਉਹਨਾਂ ਦੀ ਨਾ ਸੁਣੀ ਗਈ। ਉਹ ਧਰਨੇ ਉੱਤੇ ਬੈਠ ਕੇ ਬਾਅਦ ਵਿੱਚ ਜੇ ਮੈਨੂੰ ਹੁੰਦਾ ਤਾਂ ਮੈਂ ਵੀ ਉਹ ਭਰੋਸਾ ਦੇ ਕੇ ਉਹਨਾਂ ਨੂੰ ਵੀ ਕੋਈ ਗੱਲ ਨਹੀਂ, ਆਪਾਂ ਗੱਲ ਸਰਕਾਰ ਤਾਈਂ ਪਹੁੰਚਾਵਾਂਗੇ, ਜੇ ਨਾ ਹੋਇਆ ਫਿਰ ਇਹ ਤਾਂ ਆਖਰੀ ਹੈ, ਚਲੋ ਕਰ ਵੀ ਲਿਓ। ਉਹ ਮੈਂ ਉਹਨੂੰ ਮੰਦਭਾਗੀ, ਇੱਥੋਂ ਤੱਕ ਮੈਂ ਤਾਂ ਸ਼ਰਮਸਾਰ ਆ ਵੀ ਮੇਰੇ ਹਲਕੇ 'ਚ ਨਹੀਂ ਇਹ ਹੋਣਾ ਚਾਹੀਦਾ ਸੀਗਾ, ਜਿੱਥੋਂ ਮੈਨੂੰ ਲੋਕਾਂ ਨੇ ਬੜੇ ਪਿਆਰ ਨਾਲ ਚੁਣਿਆ। ਕਿਸਾਨ ਯੂਨੀਅਨ ਨੇ ਵੀ ਮੇਰਾ ਬਹੁਤ ਸਾਥ ਦਿੱਤਾ ਕਿ ਹਰ 116 ਹਲਕਿਆਂ 'ਚ ਕਿਸਾਨ ਯੂਨੀਅਨ ਵੱਲੋਂ ਕੈਂਡੀਡੇਟ ਸਨ। 117ਵਾਂ ਹਲਕਾ ਜਿਹੜਾ ਲੰਬੀ ਸੀ, ਉੱਥੇ ਨਹੀਂ ਉਹਨਾਂ ਨੇ ਕੀਤਾ। ਤੇ ਮਜ਼ਦੂਰ ਭਰਾਵਾਂ ਨੇ ਵੀ ਬੜੀ ਵੱਡੀ, ਮੇਰੀ ਤਾਂ ਜੇ ਮੇਰੇ ਨਾਲ ਤਾਂ ਸਧਾਰਨ ਤੇ ਗਰੀਬ ਲੋਕ ਸੀ ਤਾਂ ਹੀ ਵੱਡੀ ਜਿੱਤ ਹੋਈ ਹੈ। ਉਸ ਤੋਂ ਬਾਅਦ ਇਸ ਮਾਮਲੇ ਨੂੰ ਜਦੋਂ ਮੇਰੇ ਧਿਆਨ ਵਿੱਚ ਆਇਆ, ਫਿਰ ਮੈਂ ਮੁੱਖ ਮੰਤਰੀ ਸਾਹਿਬ ਨਾਲ ਉਹਨਾਂ ਦੀ ਮੁਲਾਕਾਤ ਵੀ ਕਰਾਈ ਹੈ। ਤੇ ਜਿਹੜਾ ਬਹੁਤ ਸਾਰਾ, ਕਿਉਂਕਿ ਸਾਰੇ ਹਲਕੇ ਦੇ ਨਰਮੇ ਦੀ ਗਿਰਦਾਵਰੀ ਦੇ ਮੁਤਾਬਕ 32,000 ਹੈਕਟੇਅਰ ਬਣਦਾ ਸੀ, ਉਹਨਾਂ ਦਾ 50% ਸਰਕਾਰ ਨੇ ਜਿਹੜਾ 5 ਕਰੋੜ ਮੁਆਵਜ਼ਾ ਸੀ ਪਹਿਲਾਂ, ਉਹ 5 ਕਰੋੜ ਮਜ਼ਦੂਰਾਂ ਲਈ ਤੇ 50 ਕਰੋੜ ਕਿਸਾਨਾਂ ਲਈ ਜੀ ਉਹ ਮਨਜ਼ੂਰ ਮੰਤਰੀ ਸਾਹਿਬ ਨੇ ਕੀਤਾ ਹੈ। ਕਿਸਾਨ ਯੂਨੀਅਨ ਤੇ ਉਹ ਸਾਰੇ ਸਾਥੀ ਮਜ਼ਦੂਰ ਯੂਨੀਅਨ ਦੇ ਆਗੂ ਸਾਹਿਬਾਨ, ਉਗਰਾਹਾ ਸਾਹਿਬ ਸਨ, ਸੇਵੇ ਵਾਲਾ ਸਾਹਿਬ ਜਿਹੜੇ ਉਹਨਾਂ ਨੇ ਅਗਵਾਈ ਕੀਤੀ ਸੀ, ਜਿਹੜੇ ਵੀ ਹੋਰ ਸਾਥੀ ਸਨ ਉਹਨਾਂ ਦੇ, ਮਾਨ ਸਾਹਿਬ, ਸ਼ਿੰਗਾਰਾ ਸਿੰਘ ਜੀ, ਕੋਕਰੀ ਕਲਾਂ, ਜਿਹੜੇ ਆਗੂ ਸਾਹਿਬਾਨ ਸਨ ਸਾਰਿਆਂ ਨੇ, ਸਰਦਾਰ ਝੰਡਾ ਸਿੰਘ ਜੇਠੂ ਕੇ ਵੀ ਸੀ। ਤੋ ਬੜੀ ਵਧੀਆ ਜਿਹੜੀ ਮੁਲਾਕਾਤ ਤੇ ਉਹਦੇ 'ਚ ਜਿਹੜੇ ਫੈਸਲੇ ਤੇ ਉਹ ਸਾਰੀ ਸੰਤੁਸ਼ਟੀਜਨਕ ਸੀਗਾ ਜੀ। ਆਮ ਤੌਰ ਤੇ ਇੱਕ ਲੋਕਾਂ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਧਾਰਨਾ ਪ੍ਰਚਲਿਤ ਵੀ ਹੋ ਚੁੱਕੀ ਹੈ ਤੇ ਮੈਨੂੰ ਲੱਗਦਾ ਹੈ ਕਿ ਸੱਚਾਈ ਵੀ ਹੈ ਕਿ ਆਮ ਘਰ ਦਾ ਬੰਦਾ ਇੱਕ ਸਰਪੰਚ ਨਹੀਂ ਬਣ ਸਕਦਾ, MLA ਬਣਨਾ ਤਾਂ ਬਹੁਤ ਦੂਰ ਦੀ ਗੱਲ ਹੈ। ਤੇ ਦੂਸਰੇ ਪਾਸੇ ਇੱਕ ਬਹੁਤ ਤਕੜਾ ਰਾਜਨੀਤਿਕ ਵੀ ਤੇ ਆਰਥਿਕ ਪੱਖੋਂ ਵੀ ਤਕੜਾ ਘਰਾਣਾ ਸੀ। ਕਿੰਨੀ ਕੁ ਮਹਿੰਗੀ ਪਈ ਹੈ ਜੀ ਤੁਹਾਨੂੰ ਚੋਣ ਇਹ? ਮੈਨੂੰ ਤਾਂ ਕੋਈ ਮਹਿੰਗੀ ਨਹੀਂ ਪਈ, ਮੇਰੇ ਕੋਲੇ ਤਾਂ ਕੀ ਸੀ ਬੈਨੀਪਾਲ ਸਾਹਿਬ, ਮੈਨੂੰ ਤਾਂ ਲੋਕਾਂ ਨੇ ਜੇ ਕੋ ਇਹਦੇ 'ਚ ਜਿਹੜੀ ਵੀ ਲੋੜ ਪਈ ਆ, ਲੋਕਾਂ ਨੇ ਆਪਣੀ ਲੋੜ ਸਮਝ ਲਈ। ਤੇਲ, ਪਾਣੀ, ਲੰਗਰ ਪ੍ਰਸ਼ਾਦਾ, ਐਡਵਰਟਾਈਜ਼ਮੈਂਟ ਜੋ ਸੀ, ਇਹ ਸਾਰੇ ਮੇਰੇ ਹਲਕੇ ਦੇ ਪਿਆਰੇ ਲੋਕਾਂ ਦੀ ਬੜੀ ਵੱਡੀ ਮਿਹਰਬਾਨੀ ਹੈ। ਲੋਕਾਂ ਨੇ ਦੱਸ ਦਿੱਤਾ ਜੀ, ਜਨਤਾ ਨੇ ਦੱਸ ਦਿੱਤਾ ਕਿ ਜਿਹੜੀਆਂ ਧਨ ਦੌਲਤਾਂ ਬਹੁਤੀਆਂ ਕੰਮ ਨਹੀਂ ਆਉਂਦੀਆਂ, ਜੇ ਸੱਚੇ ਦਿਲੋਂ ਲੋਕਾਂ ਨਾਲ ਚੱਲ ਕੇ ਬੰਦਾ ਤੁਰਿਆ ਜਾਵੇ ਤਾਂ ਜਨਤਾ ਸੰਗਤ ਉਹਦੇ ਤੇ ਬਹੁਤ ਮਿਹਰਬਾਨ ਹੁੰਦੀ ਹੈ। ਮੇਰਾ ਤੇ ਪ੍ਰਕਾਸ਼ ਸਿੰਘ ਬਾਦਲ ਦਾ, ਉਹ ਜੇ ਮੈਂ ਕਹਾਂ ਉਹਨਾਂ ਦੀ ਮੇਰੇ ਜਨਮ ਤੋਂ 5 ਸਾਲ ਪਹਿਲਾਂ MLA ਬਣ ਗਏ ਸਨ, ਉਹਨਾਂ ਦਾ 65 ਸਾਲ 66 ਸਾਲ ਦਾ ਰਾਜਨੀਤਿਕ ਜੀਵਨ ਜੀ ਉਹ ਮਿੱਟੀ ਕਰਤਾ ਤੇ ਅਰਬਾਂ ਖਰਬਾਂ ਜਿਹੜਾ ਉਹਨਾਂ ਦੀਆਂ ਧਨ ਦੌਲਤਾਂ ਉਹ ਸਵਾਹ ਹੋ ਗਈਆਂ ਇਸ ਇਲੈਕਸ਼ਨ ਵਿੱਚ। ਜੇ ਲੋਕ, ਮੈਂ ਪਹਿਲਾਂ ਵੀ ਜਦੋਂ ਮੇਰੇ ਨਾਲ ਗੱਲ ਪੱਤਰਕਾਰ ਸਾਹਿਬਾਨ ਕਹਿੰਦੇ ਸੀਗੇ ਵੀ 5 ਵਾਰ ਦਾ ਮੁੱਖ ਮੰਤਰੀ ਹੈ, ਉਹਦੇ ਨਾਲ ਲੜ ਰਹੇ ਆ, ਕੀ ਲੱਗਦਾ ਤੈਨੂੰ ਵੀ ਚੋਣ ਬਰਾਬਰ ਆ ਜੂਗੀ? ਸੋ ਮੈਂ ਇਹ ਕਹਿੰਦਾ ਹੁੰਦਾ ਸੀ, ਲੜਾਈ ਲੋਕਾਂ ਤੇ ਨੋਟਾਂ ਦੀ ਹੈ, ਮੇਰੇ ਨਾਲ ਲੋਕ ਨੇ, ਜਿੱਤ ਲੋਕਾਂ ਦੀ ਹੋਊਗੀ। ਤੇ ਅਕਾਲ ਪੁਰਖ ਨੇ ਕਿਰਪਾ ਕੀਤੀ ਤੇ ਜੋ ਲੋਕਾਂ ਦੀ ਬਹੁਤ ਵੱਡੀ ਜਿੱਤ ਹੋਈ। 11,500 ਵੋਟਾਂ ਦਾ ਫਰਕ ਲੰਬੀ ਹਲਕੇ ਦੇ ਪਿਆਰੀ ਜਨਤਾ ਨੇ
ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਤੇ ਆਪਣੇ ਚੋਂ ਇੱਕ ਸਧਾਰਨ ਜਿਹੇ ਕਿਸਾਨ ਦੇ ਬੇਟੇ ਨੂੰ ਆਪਣਾ MLA ਸੇਵਾਦਾਰ ਬਣਾ ਦਿੱਤਾ। ਅੱਜ ਤੱਕ ਇਹ ਰਵਾਇਤ ਰਹੀ ਹੈ ਜਥੇਦਾਰ ਸਾਹਿਬ ਕਿ ਜੇ ਤਾਂ ਕਿਸੇ ਪਾਰਟੀ ਦਾ ਆਪਣਾ ਵਿਧਾਇਕ ਉਸ ਹਲਕੇ 'ਚ ਜਿੱਤ ਗਿਆ ਤਾਂ ਉੱਥੇ ਵਿਕਾਸ ਹੁੰਦਾ ਹੈ। ਜਿਨ੍ਹਾਂ ਨੇ ਵੋਟਾਂ ਪਾਈਆਂ ਹੁੰਦੀਆਂ ਨੇ, ਜਿਹੜੇ ਪਿੰਡ ਦੇ ਵਿੱਚੋਂ ਉਹਨੂੰ ਵੱਧ ਵੋਟਾਂ ਪਈਆਂ ਹੁੰਦੀਆਂ ਨੇ, ਫਿਰ ਉਹ ਹਲਕਾ ਵਿਧਾਇਕ ਉਸ ਪਿੰਡ ਦਾ ਵਿਕਾਸ ਤਾਂ ਕਰਦਾ ਹੈ। ਪਰ ਜਿੱਥੋਂ ਜਿਹੜੇ ਬੂਥ ਤੋਂ ਵੋਟਾਂ ਘਟੀਆਂ ਹੁੰਦੀਆਂ ਨੇ, ਜਿਹੜੇ ਪਿੰਡ 'ਚੋਂ ਹਰਿਆ ਹੁੰਦਾ ਹੈ, ਉੱਥੇ ਪਿਛਲੇ ਸਮਿਆਂ 'ਚ ਇੰਝ ਹੁੰਦਾ ਰਿਹਾ ਕਿ ਉਹ ਸਰਪੰਚ ਸਾਹਿਬ ਦੇਖਦੇ ਰਹਿੰਦੇ ਆ ਤੇ ਉੱਥੇ ਨਾ ਕੋਈ ਗ੍ਰਾਂਟ ਤੇ ਨਾ ਕੋਈ ਵਿਕਾਸ। ਤੁਸੀਂ ਕੀ ਸੋਚਦੇ ਹੋ ਕਿ ਇੰਝ ਹੋਣਾ ਚਾਹੀਦਾ ਹੈ ਜਾਂ ਤੁਸੀਂ ਇੰਝ ਕਰੋਗੇ, ਜਾਂ ਇਹ ਨਹੀਂ ਕਿ ਭਾਈ ਚਾਹੇ ਜਿੱਥੋਂ ਹਾਰੇ ਆ ਚਾਹੇ ਜਿੱਤੇ ਆ, ਇਸ ਵਕਤ ਮੈਂ ਸਾਰੇ ਹਲਕਾ ਲੰਬੀ ਦਾ ਜਿੰਨਾ ਵੀ ਹਲਕਾ ਪੈਂਦਾ, ਜਿੰਨੇ ਪਿੰਡ ਪੈਂਦੇ ਆ, ਉਹ ਸਾਰਿਆਂ ਦਾ ਵਿਕਾਸ ਇੱਕੋ ਤਰੀਕੇ ਨਾਲ ਹੋਏਗਾ? ਮੈਨੀਪਾਲ ਸਾਹਿਬ 74 ਕੁ ਪਿੰਡ ਪੈਂਦੇ ਆ ਮੇਰੇ ਵਿੱਚ ਜੀ ਜੀ। ਸੋ ਮੈਂ ਜੇ ਉਹਨਾਂ ਨੇ ਮੈਨੂੰ ਆਪਣਾ ਸੇਵਾਦਾਰ ਬਣਾਇਆ ਤਾਂ ਮੈਂ ਸਾਰਿਆਂ ਦਾ ਸਾਂਝਾ। ਦੂਸਰੀ ਗੱਲ, ਜਦੋਂ ਪਹਿਲਾ ਰਾਊਂਡ ਚੱਲਿਆ ਸੀ ਉਦੋਂ ਹੀ ਹਰ ਇੱਕ ਪਿੰਡ ਚੋਂ ਵੋਟ ਵੱਧਦੀ ਗਈ ਹੈ। ਮੇਰਾ ਖਿਆਲ ਹੈ 7-8 ਪਿੰਡਾਂ ਚੋਂ ਥੋੜੀ ਬਾਦਲ ਪਿੰਡ ਚੋਂ ਕੱਟੀ ਹੈ, 5-4 ਪਿੰਡਾਂ ਚੋਂ ਕੱਟੀ ਹੈ। ਚਲੋ ਹੁੰਦਾ ਹੀ ਹੈ, ਉਹਨਾਂ ਦਾ ਵੀ ਉਹਨਾਂ ਦਾ ਨਗਰ ਸੀਗਾ। ਤੋ ਮੈਨੂੰ ਉਸ ਗੱਲ ਦਾ ਕੋਈ ਇਤਰਾਜ਼ ਨਹੀਂ ਤੇ ਮੈਂ ਸਾਰਿਆਂ ਦਾ ਸਾਂਝਾ ਹੈ, ਲੋਕਾਂ ਲਈ ਕਰਾਂਗੇ। ਮੈਨੂੰ 70 ਪਿੰਡਾਂ ਨੇ ਤਾਂ ਵਧਾ ਕੇ ਭਲਾਂ ਦੀ ਕਿਸੇ ਤੋਂ 100 ਵੱਧ ਗਈ, ਕਿਸੇ ਤੋਂ 200 ਵੱਧ ਗਈ, ਕਈ ਥਾਂ ਤਾਂ ਕਾਫੀ ਫਰਕ ਪਾਇਆ। ਸੋ ਫਿਰ ਮੈਨੂੰ ਸਾਰੇ ਹਲਕੇ ਨੇ, ਸਾਰੇ ਲੋਕਾਂ ਨੇ ਬਹੁਤ ਪਿਆਰ ਦਿੱਤਾ ਤੇ ਮੇਰੀ ਫਰਜ਼ ਹੈ ਕਿ ਮੈਂ ਆਪਣੀ ਸੇਵਾ ਪੂਰੀ ਇਮਾਨਦਾਰੀ ਨਾਲ ਲੋਕਾਂ ਪ੍ਰਤੀ ਹੋ ਕੇ ਸਮਰਪਿਤ ਹੋ ਕੇ ਨਿਭਾਵਾਂ। ਬੀਤੇ ਦਿਨੀ ਵਿਸਾਖੀ ਦੇ ਦਿਨ ਸੀ, ਖਾਲਸਾ ਸਾਜਨਾ ਦਿਵਸ ਸੀ। ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਵਿੱਚ ਮੁੱਖ ਮੰਤਰੀ ਸਾਹਿਬ ਨਤਮਸਤਕ ਹੋਣ ਗਏ ਸੀ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਕੋਲ ਨਹੀਂ ਸੀ। ਉਹਨਾਂ ਨੇ ਦੋਸ਼ ਲਾਏ ਹੈ, ਭਾਵੇਂ ਕਿ ਸਿੱਥਾ ਪੈਂਦਾ ਜਾਂਦਾ ਉਸ ਮਸਲੇ 'ਚ ਅਕਾਲੀ ਦਲ। ਤੁਹਾਨੂੰ ਕੀ ਲੱਗਦਾ ਕਿ ਨੇਰੇ ਪੂਰੇ ਦੋਸ਼ ਨੇ ਜਾਂ ਉਹਦੇ ਵਿੱਚ ਕੋਈ ਸੱਚਾਈ ਹੋ ਸਕਦੀ ਹੈ ਕਿ ਮਾਨ ਸਾਹਿਬ ਸ਼ਰਾਬ ਪੀ ਕੇ ਨਤਮਸਤਕ ਹੋਇਆ ਜੀ? ਮੈਨੀਪਾਲ ਸਾਹਿਬ, ਕੋਈ ਵੀ ਜਿਹੜਾ ਗੁਰੂ ਘਰ ਨੂੰ ਮੰਨਦਾ ਉਹ ਇਹੋ ਜਿਹੀ ਗੱਲ ਨਹੀਂ ਕਰ ਸਕਦਾ, ਉਹ ਸ਼ਰਧਾ ਨਾਲ ਹੀ ਜਾਂਦਾ। ਔਰ ਸਾਡਾ ਤਾਂ ਤਖਤ ਆ, ਮਹਾਨ ਤਖਤ ਆ। ਗੁਰੂ 10ਵੇਂ ਪਾਤਸ਼ਾਹ ਆਪਣੀ ਜ਼ਿੰਦਗੀ ਦਾ ਦਸਵੰਧ ਇੱਥੇ ਬਿਤਾ ਕੇ ਗਏ। ਸੋ ਬੜੀ ਵੱਡੀ ਆਸਥਾ ਹੈ। ਸਰਦਾਰ ਸੁਖਬੀਰ ਸਿੰਘ ਬਾਦਲ ਪੰਥਕ ਪਾਰਟੀ ਖਵਾਉਣ ਵਾਲੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਨੇ, ਉਹਨਾਂ ਨੂੰ ਐਡੇ ਰੁਤਬੇ ਤੇ ਹੋ ਕੇ ਛੋਟੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਿਹਦੇ 'ਚ ਸਚਾਈ ਨਾ ਹੋਵੇ। ਕਿਉਂਕਿ ਸ਼੍ਰੋਮਣੀ ਕਮੇਟੀ ਵੀ ਅੱਜ ਤੱਕ ਤਾਂ ਉਹਨਾਂ ਦੇ ਅਧੀਨ ਹੀ, ਉਹਨਾਂ ਦੇ ਨਾਲ ਹੀ ਚੱਲਦੀ ਹੈ ਤੇ ਜਿਹੜੇ ਉੱਥੇ ਰੱਖੇ ਹੋਏ, ਚਾਹੇ ਉਹ ਜਥੇਦਾਰ ਸਾਹਿਬਾਨ ਨੇ, ਚਾਹੇ ਹੋਰ ਜਿਹੜੇ ਕੰਮ ਕਰ ਰਹੇ ਨੇ ਗੁਰਦੁਆਰਾ ਸਾਹਿਬ 'ਚੋਂ ਅਕਾਲੀ ਦਲ ਨਾਲ ਜਾਂ ਸ਼੍ਰੋਮਣੀ ਕਮੇਟੀ ਇਹਨਾਂ ਦੀ, ਉਹਨਾਂ 'ਚੋਂ ਕਿਸੇ ਵੀ ਇੱਕ ਵੀ ਜਿਹੜੇ ਉੱਥੇ ਜਥੇਦਾਰ ਸਾਹਿਬ ਨੇ ਜਾਂ ਜ਼ਿੰਮੇਵਾਰ ਸੱਜਣ ਨੇ ਇਹੋ ਜਿਹੀ ਗੱਲ ਨਹੀਂ ਕਹੀ। ਜੇ ਕਹਿਣੀ ਸੀ ਤਾਂ ਉਸ ਵੇਲੇ ਕਹਿ ਦੇਣੀ ਸੀ ਵੀ ਭਾਈ ਇਹ ਗੱਲ ਨਹੀਂ ਆ ਸਕਦੀ, ਤੁਸੀਂ ਨਹੀਂ ਆ ਸਕਦੇ। ਔਰ ਮੈਂ ਤਾਂ ਇਹ ਵੀ ਸੋਚਦਾ ਵੀ ਦੂਜਿਆਂ ਤੇ ਗੱਲਾਂ ਕਰ ਲੈਣੀਆਂ ਬੜੀਆਂ ਸੌਖੀਆਂ ਜੀਆਂ, ਵੀ ਇਲਜ਼ਾਮ ਲਾ ਦਿਓ ਤੇ ਚਲੋ ਚਰਚਾ ਕਰਵਾਓ। ਸਰਦਾਰ ਸੁਖਬੀਰ ਸਿੰਘ ਬਾਦਲ ਵੀ ਉਸ ਦਿਨ ਦਮਦਮਾ ਸਾਹਿਬ ਗਏ ਸੀ ਜੀ। ਇਹਨਾਂ ਨੇ ਆਪਣੀ ਰੈਲੀ ਵੀ ਕੀਤੀ। ਹਾਲਾਂਕਿ ਅਕਾਲ ਤਖਤ ਦੇ ਜਥੇਦਾਰ ਨੇ ਪਹਿਲਾਂ ਬਹੁਤ ਸਾਲ ਪਹਿਲਾਂ ਕਿਹਾ ਸੀ ਰਾਜਨੀਤਿਕ ਰੈਲੀਆਂ ਆਪਾਂ ਇਹਨਾਂ ਦਿਹਾੜਿਆਂ ਤੇ, ਜਿਹੜੇ ਪਵਿੱਤਰ ਦਿਹਾੜੇ ਨਾ ਕਰਿਆ ਕਰੋ। ਲੋਕ ਉਸ ਮਨਾਉਣ ਲਈ ਆਉਂਦੇ ਆ ਕਿ ਤੁਹਾਡੀਆਂ ਰੈਲੀਆਂ ਸੁਣ ਲਈ ਆਉਂਦੇ ਜੀ। ਪਰ ਚਲੋ ਆਪਣੇ ਆਪ ਨੂੰ ਸਖਤੇ ਸਮਝਦੇ, ਕਰ ਲੈਂਦੇ ਆ। ਉਸ ਤੋਂ ਬਾਅਦ ਇਹ ਤੁਰੇ ਜਾਂਦੇ ਆ। ਇਹਨਾਂ ਨੇ ਇੱਕ ਪੋਸਟ ਪਾਈ ਸੀ ਵੀ ਮੈਂ ਸੰਗਰੂਰ ਢਾਬੇ ਤੇ ਰੋਟੀ ਖਾਧੀ, ਬਹੁਤ ਪਿਆਰ ਮਿਲਿਆ। ਜਿਹੜਾ ਪੰਥਕ ਪਰਿਵਾਰ ਆਉਂਦਾ ਹੋਵੇ, ਜਿਹੜਾ ਕਹੇ ਵੀ ਸਾਡੇ ਤਾਂ ਇਸ ਮਰਜ਼ਾਦਾ 'ਚ ਆਉਂਦੇ ਆ, ਤੇ ਫਿਰ ਬਹੁਤ ਲੰਗਰ ਚੱਲਦੇ ਸੀ ਦਮਦਮਾ ਸਾਹਿਬ। ਪਹਿਲਾਂ ਤਾਂ ਤਲਵੰਡੀ ਸਾਬੋ ਬੋਲਦੇ ਆ, ਉਹਨੂੰ ਦਮਦਮਾ ਸਾਹਿਬ ਕਹਿ ਹੀ ਨਹੀਂ ਸਕਦੇ। ਫਿਰ ਇਹਨਾਂ ਨੇ ਕਿਹਾ ਵੀ ਮੈਂ ਰਸਤੇ ਜਾਂਦੇ ਰੋਟੀ ਖਾਧੀ, ਤੋ ਕਿਉਂ ਨਹੀਂ ਉੱਥੇ ਲੰਗਰ ਛਕ ਸਕਦੇ ਸੀ। ਕੋਈ ਮਰਜ਼ਾਦਾ 'ਚ ਵੀ ਕੁਝ ਦਿਨ ਰਹਿ ਲੈਣਾ ਚਾਹੀਦਾ। ਖਾਣੇ ਬਾਣੇ ਤਾਂ ਰੋਜ਼ ਚੱਲਦੇ ਹੀ ਰਹਿੰਦੇ ਆ ਜੀ। ਆਪ ਉਸ ਗੱਲ ਤੇ ਕਦੇ ਲਾਉਂਦੇ ਨਹੀਂ, ਦੂਸਰੇ ਨੂੰ ਬਹੁਤਾ ਕਹਿੰਦੇ ਆ। ਵੈਸੇ ਜਿਸ ਰੁਤਬੇ ਤੇ ਆ ਉਸ ਮੁਤਾਬਕ ਹੀ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਹੈ। ਨਿੱਕੀਆਂ ਨਿੱਕੀਆਂ ਗੱਲਾਂ ਮੂੰਹ ਵਿੱਚੋਂ ਜੱਜਦੀਆਂ ਨਹੀਂ। ਸਾਹਿਬ, ਮੈਂ ਵੇਖ ਰਿਹਾ ਕਿ ਸਮਾਂ ਤਕਰੀਬਨ ਆਪਣਾ ਸਮਾਪਤ ਹੋ ਗਿਆ। ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਨੇ, ਇਹ ਤਾਂ ਘੰਟਿਆਂ ਬੱਧੀ ਤੁਹਾਡੇ ਨਾਲ ਤਾਂ ਗੱਲਾਂ ਕੀਤੀਆਂ ਜਾ ਸਕਦੀਆਂ ਨੇ। ਜਿਹੜੇ ਦਰਸ਼ਕ ਵੇਖ ਸੁਣ ਰਹੇ ਨੇ ਦੇਸ਼ ਵਿਦੇਸ਼ ਦੇ ਵਿੱਚ, ਉਹਨਾਂ ਨੂੰ ਅਖੀਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ? ਮੈਂ ਤਾਂ ਕਿਉਂਕਿ ਤੁਹਾਤੋਂ ਸਾਰਿਆਂ ਤੋਂ ਕੋਈ ਗਾਈਡਲਾਈਨ ਨਹੀਂ ਲੈਣਾ ਚਾਹੁੰਦਾ।
ਕਿ ਮੇਰੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਇਸ ਸੇਵਾ ਨੂੰ ਪੂਰੀ ਇਮਾਨਦਾਰੀ ਨਾਲ ਨਿਭਾ ਸਕਾਂ। ਜੇ ਕੋਈ ਮੈਂ ਚੰਗਾ ਕਰ ਸਕਾਂ, ਤੁਹਾਡਾ ਮਿਹਰ ਭਰਿਆ ਹੱਥ ਹੋਵੇ, ਮੈਨੂੰ ਕੋਈ ਦੱਸੋ, ਤਾਂ ਮੈਂ ਆਪਣੇ ਆਪ ਨੂੰ ਵਡਭਾਗਾ ਸਮਝੂਗਾ। ਕਿਉਂਕਿ ਜਿਹੜੀ ਜ਼ਿੰਮੇਵਾਰੀ ਤਕਰੀਬਨ 2 ਲੱਖ ਲੋਕ ਹਲਕੇ ਦੇ 2.5 ਲੱਖ ਹੁੰਦੇ ਆ, ਉਹਨਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੇ ਇਸਨੂੰ ਨਿਭਾਉਣ ਲਈ ਸਤਿਗੁਰੂ ਮਿਹਰਬਾਨ ਹੋ ਸਕਦਾ, ਉਹਦਾ ਆਸ਼ੀਰਵਾਦ, ਉਹਦੀ ਬਖਸ਼ਿਸ਼ ਜਾਂ ਸਾਰੀ ਸੰਗਤ ਕਿਰਪਾ ਕਰ ਸਕਦੀ ਹੈ। ਜਿੰਨਾ ਨਾਂ ਸਾਡੇ ਬਾਪੂ ਜੀ ਨੇ ਬਣਾਇਆ, ਪਰਿਵਾਰ ਦਾ ਚੱਲਿਆ, ਕੁਟੀਆਂ ਨਾਂ ਇੱਕ ਵਿਸ਼ੇਸ਼ ਹੋ ਚੁੱਕਿਆ, ਉਹਨੂੰ ਅਸੀਂ ਬਚਾ ਕੇ ਰੱਖ ਸਕੀਏ। ਮੈਂ ਤਾਂ ਇਹੀ ਸਾਰਿਆਂ ਅੱਗੇ ਬੇਨਤੀ ਕਰੂੰਗਾ। ਜੀ, ਤੁਹਾਡਾ ਤਹਿ ਦਿਲੋਂ ਧੰਨਵਾਦ। ਤੁਸੀਂ ਕੀਮਤੀ ਸਮਾਂ ਦਿੱਤਾ ਤੇ ਭਵਿੱਖ ਦੇ ਵਿੱਚ ਵੀ ਇਹ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਰਹੇਗਾ। ਇੱਕ ਵਾਰੀ ਫੇਰ ਸਮੁੱਚੇ ਦਰਸ਼ਕਾਂ ਦੇ ਵੱਲੋਂ ਧੰਨਵਾਦ ਜੀ, ਮਿਹਰਬਾਨੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ। ਦੋਸਤੋ, ਇਹ ਸਨ ਹਲਕਾ ਲੰਬੀ ਤੋਂ ਹਲਕਾ ਵਿਧਾਇਕ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ, ਜਿਨ੍ਹਾਂ ਨੇ ਦੱਸਿਆ ਕਿ ਜਿੱਤ ਕਿਵੇਂ ਹੋਈ ਹੈ, ਉਹਨਾਂ ਨੂੰ ਜਿਤਾਉਣ ਦੇ ਵਿੱਚ ਉਹਨਾਂ ਦੇ ਹਲਕੇ ਦੇ ਲੋਕਾਂ ਦਾ ਕੀ ਯੋਗਦਾਨ ਰਿਹਾ ਹੈ, ਕਿਵੇਂ ਜਿੱਤੇ ਨੇ, ਕਿੰਨਾ ਕੁ ਖਰਚ ਹੋਇਆ ਤੇ ਇਸ ਵਕਤ ਉਹਨਾਂ ਦੀਆਂ ਤਰਜੀਹਾਂ ਕੀ ਨੇ ਤੇ ਹਲਕੇ ਵਿੱਚ ਕੀ ਵਿਕਾਸ ਹੋਇਆ ਹੈ ਤੇ ਕੀ ਕਰਨਾ ਚਾਹੁੰਦੇ ਨੇ। ਉਮੀਦ ਕਰ ਰਹੇ ਹਾਂ ਤੁਹਾਨੂੰ ਸਾਡੀ ਅੱਜ ਦੀ ਇਹ ਮੁਲਾਕਾਤ ਚੰਗੀ ਲੱਗੀ ਹੋਣੀ ਹੈ। ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਦਾ ਲੱਗਿਆ, ਆਪਣੀ ਕੀਮਤੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਰਨੀ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।